ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 297 ਤੇ ਉੱਤੋਂ 2 4 6 7 ਪੰਕਤੀਆਂ ਛੱਡ ਕੇ ਹੈ। 3 ਨੰਬਰ ਤੋਂ ਬਾਅਦ ਸ਼ਲੋਕ। ਚਤੁਰ ਸਿਆਣਾ ਸੁਗੜ ਸੋਏ, ਜਿਨ ਤਜਿਆ ਅਭਿਮਾਨ। 4 ਪਦਾਰਥ ਅਸ਼ਟ ਸਿੱਧ, ਭਜ ਨਾਨਕ ਹਰਿ ਨਾਮ। ਕਹਿੰਦੇ ਸਿਆਣਾ ਚਤੁਰ ਸੁਗੜ ਕੌਣ? ਜਿਨ ਤਜਿਆ ਅਭਿਮਾਨ। ਤਜਿਆ ਮੈਨੇ ਛੱਡ ਦਿੱਤਾ। ਜਿਸ ਨੇ ਹੰਕਾਰ ਛੱਡ ਦਿੱਤਾ, ਅਸਲ 'ਚ ਉਹੀ ਸਿਆਣਾ ਹੈ। ਜਿਹੜਾ ਹੰਕਾਰ ਕਰਦਾ ਧਰਮ ਅਨੁਸਾਰ ਉਹ ਸਿਆਣਾ ਨਹੀਂ ਹੈ, ਉਹ ਅਗਿਆਨੀ ਹੈ, ਕਿਉਂਕਿ ਉਹਨੂੰ ਗਿਆਨ ਹੀ ਨਹੀਂ ਹੈ ਕਿ ਜੋ ਕੁਛ ਤੇਰੇ ਕੋਲ ਹੈ ਤੇ ਪਰਮਾਤਮਾ ਨੇ ਦਿੱਤਾ ਹੈ, ਤੇ ਕਿਸੇ ਦੀ ਦਿੱਤੀ ਹੋਈ ਚੀਜ਼ 'ਤੇ ਕਦੇ ਹੰਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਸਿਆਣਾ ਉਹੀ ਹੈ ਜਿਹੜਾ ਹੰਕਾਰ ਨਾ ਕਰੇ। ਚਤੁਰ ਸਿਆਣਾ ਸੁਗੜ ਇੱਕੋ ਹੀ ਭਾਵ ਹੈ। 4 ਪਦਾਰਥ ਅਸ਼ਟ ਸਿੱਧ, ਭਜ ਨਾਨਕ ਹਰਿ ਨਾਮ। ਅਸ਼ਟ ਹਿੰਦੀ ਦਾ ਸ਼ਬਦ ਹੈ ਜਿਹਦਾ ਮਤਲਬ 8। ਕਹਿੰਦਾ ਭਜ ਨਾਨਕ ਹਰਿ ਨਾਮ। ਹੈ ਇਨਸਾਨ, ਤੂੰ ਪਰਮਾਤਮਾ ਦਾ ਨਾਮ ਜਪ, ਫਿਰ ਤੈਨੂੰ ਕੀ ਮਿਲੇਗਾ? 4 ਪਦਾਰਥ ਮਿਲਣਗੇ ਅਤੇ 8 ਸਿੱਧੀਆਂ ਤੈਨੂੰ ਮਿਲਣਗੇ। 4 ਪਦਾਰਥ ਧਰਮ ਦੇ ਵਿੱਚ ਪਹਿਲਾ ਧਰਮ, ਦੂਜਾ ਅਰਥ, ਤੀਜਾ ਕਾਮ, ਚੌਥਾ ਮੋਖ। ਧਰਮ ਭਾਵ ਸ਼ੁਭ ਗੁਣ। ਕਿ ਤੂੰ ਨਾਮ ਜਪ, ਤੇਰੇ ਵਿੱਚ ਸ਼ੁਭ ਗੁਣ ਪੈਦਾ ਹੋ ਜਾਣਗੇ। ਅਰਥ, ਤੈਨੂੰ ਧਨ ਦੌਲਤ ਪ੍ਰਾਪਤ ਹੋਵੇਗਾ, ਕਿਉਂਕਿ ਨਾਮ ਜਪਣ ਵਾਲਾ ਗਰੀਬ ਨਹੀਂ ਰਹਿ ਸਕਦਾ। ਕਾਮ, ਤੇਰੀ ਇੱਛਾ ਪੂਰੀ ਹੋਵੇਗੀ। ਮੋਖ, ਅਤੇ ਤੂੰ ਮੁਕਤ ਹੋ ਜਾਏਗਾ, ਜੰਮਣ ਮਰਨ ਤੋਂ ਰਹਿਤ ਹੋ ਜਾਵੇਗਾ। ਇਹ 4 ਤੈਨੂੰ ਪਦਾਰਥ ਮਿਲਣਗੇ। ਅਸ਼ਟ ਸਿੱਧ, 8 ਸਿੱਧੀਆਂ। ਉਹੀ ਤਾਂ 18 ਸਿੱਧੀਆਂ ਨੇ, ਜਿਹਦੇ ਵਿੱਚ 8 ਸਿੱਧੀਆਂ ਬਹੁਤ ਵੱਡੀਆਂ ਗਿਣੀ ਗਈਆਂ ਨੇ। ਜਿਵੇਂ ਅੰਤਰਯਾਮਤਾ, ਵੀ ਦੂਜੇ ਦੇ ਮਨ 'ਚ ਕਿਹੜਾ ਖਿਆਲ ਚੱਲ ਰਿਹਾ ਇਹ ਤੁਹਾਨੂੰ ਬੈਠੇ ਪਤਾ ਲੱਗ ਜੇ। ਮੰਨ ਲਓ ਬੀਬੀ ਹੈ, ਇਹ ਮੱਥਾ ਟੇਕ ਕੇ ਅਰਦਾਸ ਕਰਦੀ ਹੈ। ਜੇ ਮੈਂ ਅੰਤਰਯਾਮੀ ਹਾਂ ਤਾਂ ਮੈਨੂੰ ਪਤਾ ਲੱਗ ਜਾਏਗਾ ਇਹ ਗੁਰੂ ਤੋਂ ਕੀ ਮੰਗ ਰਹੀ ਹੈ। ਅੰਤਰਯਾਮਤਾ ਇਹ ਵੀ ਸਿੱਧੀ ਹੈ। ਦਿਵ ਦ੍ਰਿਸ਼ਟੀ ਦਾ ਖੁੱਲ੍ਹਣਾ, ਵੀ ਕੋਈ ਅਮਰੀਕਾ ਤੁਹਾਡਾ ਰਿਸ਼ਤੇਦਾਰ ਹੈ, ਜੇ ਤੁਹਾਡੀ ਦਿਵ ਦ੍ਰਿਸ਼ਟੀ ਖੁੱਲ੍ਹੇ, ਉਸਨੂੰ ਇੱਥੇ ਬੈਠੇ ਤੁਸੀਂ ਵੇਖ ਸਕਦੇ ਹੋ ਕਿ ਉਹ ਕੀ ਕਰ ਰਿਹਾ ਇਸ ਵੇਲੇ। ਛੋਟੇ ਹੋ ਜਾਣਾ, ਵੱਡੇ ਹੋ ਜਾਣਾ, ਹਵਾ ਰੂਪ ਹੋ ਜਾਣਾ। ਜਿਵੇਂ ਗੁਰੂ ਨਾਨਕ ਦੇਵ ਦੀ ਭੈਣ ਜਦੋਂ ਵੀ ਯਾਦ ਕਰਦੇ ਸੀ, ਉਹ ਭਾਵੇਂ ਹਜ਼ਾਰਾਂ ਕਿਲੋਮੀਟਰ ਤੋਂ ਦੂਰ ਬੈਠੇ ਹੁੰਦੇ ਸਨ। ਕਹਿੰਦੇ ਮਰਦਾਨਾ ਜੀ ਅੱਖਾਂ ਮੀਟੋ, ਭੈਣ ਯਾਦ ਕਰਦੀ ਹੈ, ਚੱਲੀਏ। ਤੁਸੀਂ ਕਿ ਅੱਖਾਂ ਕਿਉਂ ਬੰਦ ਕਰਵਾਉਂਦੇ ਸਨ? ਕਿਉਂਕਿ ਉਹਨਾਂ ਦੀ ਅਜੇ ਜਿਹੜਾ ਹੈ ਅਵਸਥਾ ਇੰਨੀ ਉੱਚੀ ਨਹੀਂ ਸੀ, ਇਸ ਲਈ ਅੱਖਾਂ ਬੰਦ ਕਰਵਾ ਲੈਂਦੇ ਸਨ। ਔਰ ਅੱਖ ਦੇ ਫੁਰਨੇ ਦੇ ਵਿੱਚ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕਰ ਲੈਂਦੇ ਸਨ। ਇਹ ਵੀ ਸਿੱਧੀ ਹੈ। ਮੁਖ ਤੋਂ ਬਚਨ ਬੋਲ ਦੇਣਾ, ਉਹਨੂੰ ਕਹਿੰਦੇ ਵਾਕ ਸਿੱਧੀ। ਉਹ ਸੱਚ ਹੋ ਜਾਣਾ। ਬਾਬਾ ਜੀ ਪੁੱਤਰ ਨਹੀਂ ਹੈ, ਪੁੱਤਰ ਚਾਹੀਦਾ। ਤੁਸੀਂ ਬੋਲਦੇ ਅੱਛਾ ਭਾਈ ਅਗਲੇ ਸਾਲ ਹੋ ਜਾਏਗਾ, ਬਸ ਹੋ ਜਾਏਗਾ। ਇਸ ਪ੍ਰਕਾਰ ਇਹ ਸਿੱਧੀਆਂ ਹਨ। 8 ਕਹਿੰਦੇ ਸਿੱਧੀਆਂ ਪ੍ਰਾਪਤ ਹੋ ਜਾਣੇ ਨੇ, 4 ਪਦਾਰਥ ਪ੍ਰਾਪਤ ਹੋ ਜਾਣੇ ਨੇ। ਕਰਨਾ ਕੀ ਹੈ? ਨਾਮ ਜਪਣ। ਇਹਨਾਂ ਦੋਨਾਂ ਚੀਜ਼ਾਂ 'ਚ ਸਭ ਕੁਛ ਆ ਗਿਆ। ਇਹਨਾਂ ਦੋਨਾਂ ਗੱਲਾਂ 'ਚ ਸਭ ਕੁਛ ਆ ਗਿਆ ਹੈ। 4 ਪਦਾਰਥਾਂ 'ਚ ਵੈਸੇ ਸਭ ਕੁਛ ਆ ਗਿਆ ਹੈ। ਸ਼ੁਭ ਗੁਣ ਪੈਦਾ ਹੋਏ ਦੇ ਨਾਮ ਜਪਦੇ। ਉਹ ਕਿਵੇਂ ਪੈਦਾ ਹੁੰਦੇ ਨੇ? ਨਾਮ ਜਿਹਦਾ ਅਸੀਂ ਜਪ ਰਹੇ ਹਾਂ ਉਹਦੇ ਵਾਲੇ ਗੁਣ ਸਾਡੇ 'ਚ ਸਮਾਂ ਪਾ ਕੇ ਪ੍ਰਵੇਸ਼ ਕਰ ਜਾਣੇ ਹੁਣ।
ਤੇ ਪਰਮਾਤਮਾ ਦੇ ਗੁਣ ਹੀ ਗੁਣ ਨੇ। ਆਪਾਂ ਕਿਸੇ ਬੰਦੇ ਨੂੰ ਯਾਦ ਕਰੀਏ, ਉਹਦੇ ਅੰਦਰ ਛੁਪਿਆ ਹੋਇਆ ਕੋਈ ਔਗਣ ਵੀ ਹੋ ਸਕਦਾ ਹੈ। ਮੰਨ ਲਓ ਇੱਕ ਬੰਦਾ ਜੈਮਲ ਸਿੰਘ ਜੈਮਲ ਸਿੰਘ ਜੈਮਲ ਸਿੰਘ ਜੈਮਲ ਸਿੰਘ ਕਰਦਾ ਰਹਿੰਦਾ ਹੈ, ਤਾਂ ਜੈਮਲ ਸਿੰਘ ਵਰਗੇ ਗੁਣ ਅਤੇ ਜੇ ਮੇਰੇ ਅੰਦਰ ਔਗਣ ਹੈ ਉਹ ਵੀ ਉਹਦੇ 'ਚ ਪ੍ਰਵੇਸ਼ ਕਰ ਜਾਏਗਾ। ਜੋ ਮੇਰੇ 'ਚ ਔਗਣ ਹੈ ਉਹ 'ਚ ਉਹ ਨਹੀਂ ਸੀ, ਪਰ ਉਹ ਮੇਰਾ ਨਾਮ ਜਪਦਿਆ ਮੇਰੇ ਵਾਲਾ ਔਗਣ ਉਹ 'ਚ ਪ੍ਰਵੇਸ਼ ਕਰ ਗਿਆ। ਕੀ ਖਟਿਆ? ਕੀ ਖਟਿਆ? ਪਰਮਾਤਮਾ ਕਿਉਂਕਿ ਸਰੀਰ ਨਹੀਂ ਹੈ, ਸਰੀਰ ਨਾ ਹੁਣ ਸਰੀਰ 'ਚ ਔਗਣ ਹੁੰਦੇ ਨੇ, ਕਿਸੇ ਦੇ ਪ੍ਰਗਟ ਹੁੰਦੇ ਨੇ, ਕਿਸੇ ਦੇ ਛਿਪੇ ਹੁੰਦੇ ਨੇ, ਔਗਣ ਹੁੰਦੇ ਸਰੀਰਾਂ 'ਚ। ਪਰ ਪਰਮਾਤਮਾ ਸਰੀਰ ਹੀ ਨਹੀਂ ਹੈ, ਇਸ ਲਈ ਉੱਥੇ ਔਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈਗਾ। ਪਰਮਾਤਮਾ ਗੁਣ ਹੀ ਗੁਣ ਹਨ। ਜਦੋਂ ਆਪਾਂ ਵਾਹਿਗੁਰੂ 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 ਕਰੀਏ ਨਾ, ਉਹਦੇ ਵਾਲੇ ਗੁਣ ਸਾਡੇ 'ਚ ਆਪਣੇ ਆਪ ਹੀ ਪ੍ਰਵੇਸ਼ ਕਰ ਜਾਂਦੇ ਨੇ ਅਤੇ ਸਾਡੇ 'ਚ ਗੁਣ ਪੈਦਾ ਹੋ ਜਾਂਦੇ ਨੇ। ਇਹ ਧਰਮ। ਅਰਥ ਧਨ ਦੌਲਤ ਨੂੰ ਕਹਿੰਦੇ ਨੇ। ਇਕਨੋਮਿਕਸ ਪੜ੍ਹਦੇ, ਅਰਥ ਸ਼ਾਸਤਰ ਜਿਹੜਾ ਧਨ ਦੌਲਤ ਨਾਲ ਸੰਬੰਧਿਤ ਹੈ। ਨਾਮ ਜਪਦਿਆਂ ਜਪਦਿਆਂ ਤੁਹਾਨੂੰ ਧਨ ਦੌਲਤ ਦੀ ਪ੍ਰਾਪਤੀ ਹੋ ਜਾਏ, ਭਾਵ ਤੁਹਾਡੀ ਗਰੀਬੀ ਦੂਰ ਹੋ ਜਾਏਗੀ, ਤੁਸੀਂ ਅਮੀਰ ਹੋ ਜਾਓਗੇ, ਤੁਸੀਂ ਅਮੀਰ ਹੋ ਜਾਓਗੇ। ਇਹ ਖਿਆਲ ਰੱਖਣਾ ਕਿ ਪਰਮਾਤਮਾ ਨੂੰ ਉੱਪਰੋਂ ਕੁਝ ਨਹੀਂ ਸੁੱਟਣਾ, ਕਿਤੇ ਕਹੋ ਉੱਪਰ ਉਹਨੇ ਸਬਬ ਬਣਾਉਣਾ, ਉਸਨੇ ਤੁਹਾਨੂੰ ਅਮੀਰ ਕਰਨ ਦੀ ਵਿਧ ਬਣਾਉਣੀ ਹੈ। ਇਹ ਉਹਨੂੰ ਪਤਾ ਹੈ ਕਿ ਕਿਵੇਂ ਤੁਹਾਨੂੰ ਅਮੀਰ ਕਰਨਾ, ਕਿਉਂਕਿ ਜਦ ਤੁਸੀਂ ਪਰਮਾਤਮਾ ਦਾ ਨਾਮ ਜਪੋਗੇ ਤੁਸੀਂ ਪਰਮਾਤਮਾ ਦੇ ਪਿਆਰੇ ਹੋ ਜਾਓਗੇ। ਇੱਕ ਅਮੀਰ ਬੰਦਾ ਨਹੀਂ ਚਾਹੁੰਦਾ ਕਿ ਉਹਦਾ ਪਿਆਰਾ ਗਰੀਬ ਹੋਵੇ, ਉਹ ਚਾਹੁੰਦਾ ਮੇਰਾ ਪਿਆਰਾ ਵੀ ਅਮੀਰ ਹੋਵੇ ਅਤੇ ਉਹਦੀ ਮਦਦ ਕਰ ਦਿੰਦਾ ਹੋ। ਰੱਬ ਤਾਂ ਸਭ ਤੋਂ ਵੱਧ ਅਮੀਰ ਹੈ, ਉਹਦੀ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਤੁਸੀਂ ਉਹਦਾ ਨਾਮ ਜਪਦੇ ਹੋ, ਨਾਮ ਜਪਦੇ ਜਪਦੇ ਰੱਬ ਨਾਲ ਪਿਆਰ ਪੈਦਾ ਹੋ ਜਾਂਦਾ ਹੈ। ਜਿਵੇਂ ਆਪਾਂ ਆਪਣੇ ਪਿਆਰੇ ਦਾ ਹਮੇਸ਼ਾ ਭਲਾ ਸੋਚਦੇ ਹਾਂ, ਇਸ ਤਰ੍ਹਾਂ ਪਰਮਾਤਮਾ ਵੀ ਸੋਚਦਾ। ਉਹ ਨਹੀਂ ਸਹਿਣ ਕਰ ਸਕਦਾ ਕਿ ਉਹਦਾ ਪਿਆਰਾ ਗਰੀਬ ਹੋਵੇ। ਜਦੋਂ ਭਗਤ ਰਵਿਦਾਸ ਜੀ ਕਿਸੇ ਤਰ੍ਹਾਂ ਵੀ ਨਹੀਂ ਮੰਨ ਰਹੇ, ਫਿਰ ਪਰਮਾਤਮਾ ਨੇ ਸੋਨੇ ਦੇ ਮੋਹਰਾਂ ਰੱਖਣੀ ਸ਼ੁਰੂ ਕਰਤੀ, ਵੀ ਲੈ ਭਾਈ ਤੂੰ ਵਰਤ ਇਹਨਾਂ ਨੂੰ। ਪਰਮਾਤਮਾ ਨਹੀਂ ਚਾਹੁੰਦਾ ਕਿ ਮੇਰੀ ਭਜਨ ਬੰਦਗੀ ਕਰਨ ਵਾਲਾ ਗਰੀਬ ਹੋਵੇ। ਇਸ ਲਈ ਅਰਥ ਧਨ ਦੌਲਤ ਵੀ ਪ੍ਰਾਪਤ ਹੋਏਗਾ। ਕਾਮ ਇੱਛਾ ਨੂੰ ਕਹਿੰਦੇ ਨੇ। ਇੱਕ ਕਾਮ ਸੈਕਸ ਹੁੰਦਾ, ਉੱਥੇ ਕੋਈ ਲੈਣਾ ਦੇਣਾ ਨਹੀਂ ਹੈ। ਹਾਲੇ ਤੁਹਾਡੀ ਕੀ ਕਾਮਨਾ ਹੈ, ਕੀ ਹੈ ਤੁਹਾਡੀ ਇੱਛਾ? ਇੱਛਾ ਪੂਰੀ ਹੁੰਦੀ ਨਾਮ ਜਪਣ ਨਾਲ, ਕਿਉਂਕਿ ਪਰਮਾਤਮਾ ਇੱਛਾ ਪੂਰਕ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਉਹ ਇੱਛਾ ਵੀ ਪੂਰੀ ਕਰਦਾ, ਸੁੱਖ ਵੀ ਦਿੰਦਾ ਹੈ, ਸੁੱਖ ਵੀ ਦਿੰਦਾ। ਇਸ ਲਈ ਨਾਮ ਜਪਣ ਵਾਲੇ ਦੀ ਇੱਛਾ ਪੂਰੀ ਹੋ ਜਾਂਦੀ ਹੈ। ਨਾਮ ਜਪਦੇ ਜਪਦੇ ਮੁਕਤ ਚੌਥਾ, ਮੁਕਤੀ ਮਿਲ ਜਾਂਦੀ ਹੈ, ਜੰਮਣ ਮਰਨ ਤੋਂ ਰਹਿਤ ਹੋ ਜਾਂਦਾ। ਵੈਸੇ ਇਹਨਾਂ ਚਾਰਾਂ 'ਚ ਹੀ ਸਭ ਕੁਛ ਆ ਗਿਆ, ਇਹਨਾਂ ਚਾਰਾਂ ਪਦਾਰਥਾਂ 'ਚ ਸਭ ਕੁਛ ਆ ਗਿਆ। ਫਿਰ ਵੀ ਅੱਗੇ ਕਿਹਾ ਵੀ ਇਹਦੇ ਵਿੱਚ ਅੰਤਰਯਾਮਤਾ ਨਹੀਂ ਆਈ, ਇਹਦੇ 'ਚ ਰਿਧੀ ਜਿਹੜਾ ਇਹ 'ਚ ਹੈ ਦਿਵ ਦ੍ਰਿਸ਼ਟੀ ਨਹੀਂ ਆਈ, ਉਹ 8 ਸਿੱਧੀਆਂ 'ਚ ਉਹ ਸਿੱਧੀਆਂ ਪ੍ਰਾਪਤ ਹੋ ਜਾਣਗੀਆਂ। ਕਰਨਾ ਕੀ? ਨਾਮ ਜਪਣਾ ਬਸ। ਨਾਮ ਜਪੀ ਜਾਓ, ਸਭ ਕੁਛ ਸਮਾਂ ਪਾ ਕੇ ਪ੍ਰਾਪਤ ਹੋ ਜਾਂਦਾ ਹੈ। ਸਮਾਂ ਹਰ ਇੱਕ ਚੀਜ਼ ਨੂੰ ਲੱਗਦਾ, ਹੱਥਾਂ ਦੇ ਸਰੋਂ ਨਹੀਂ ਜੰਮਿਆ ਕਰਦੇ, ਸਮਾਂ ਲੱਗਦਾ ਹੈ। ਜਿੱਡਾ ਵੱਡਾ ਕਾਰਜ ਉਹਨਾਂ ਵੱਧ ਸਮਾਂ। ਜਿਵੇਂ ਆਪਣੀ ਛੋਟੀ ਜਿਹੀ ਬਿਮਾਰੀ ਲੱਗੀ, ਕੁਝ ਦਿਨਾਂ 'ਚ ਠੀਕ ਹੋ ਜਾਵਾਂਗੇ। ਬਿਮਾਰੀ ਹੀ ਲੰਮੀ ਲੱਗ ਗਈ ਹੈ, ਇਲਾਜ ਵੀ ਲੰਮਾ ਚੱਲੇਗਾ, ਇਲਾਜ ਵੀ ਲੰਮਾ ਚੱਲੇਗਾ। ਬਸ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਬਸ ਉੱਠਦਿਆਂ ਬੈਠਦਿਆਂ ਤੁਰਦਿਆਂ ਫਿਰਦਿਆਂ ਜਿੰਨਾ ਵੀ ਸਮਾਂ ਮਿਲੇ, ਸਮਾਂ ਨਸ਼ਟ ਨਹੀਂ ਕਰਨਾ। ਨਾਲ ਇੱਕ ਗੱਲ ਯਾਦ ਰੱਖਣੀ ਹੈ, ਤੁਸੀਂ ਜੋ ਸੰਸਾਰ ਨੂੰ ਦੇ ਰਹੇ ਹੋ ਨਾ, ਤੁਹਾਨੂੰ ਉਹੀ ਮਿਲਣਾ। ਦੁੱਖ ਦੇ ਰਹੇ ਹੋ, ਦੁੱਖ ਮਿਲਣਾ। ਸੁੱਖ ਦੇ ਰਹੇ ਹੋ, ਸੁੱਖ ਮਿਲਣਾ। ਲੁੱਟਾਂ ਖੋਹਾਂ ਕਰ ਰਹੇ ਹੋ, ਗਰੀਬੀ ਮਿਲਣੀ ਹੈ। ਦਾਨ ਪੁੰਨ ਕਰ ਰਹੇ ਹੋ, ਅਮੀਰੀ ਮਿਲਣੀ ਹੈ। ਕਿਸੇ 'ਤੇ ਦਇਆ ਕਰ ਰਹੇ ਹੋ, ਤੁਹਾਡੇ 'ਤੇ ਵੀ ਦਇਆ ਹੋਣੀ ਹੈ। ਡੂ ਗੁੱਡ ਫਾਈਂਡ ਗੁੱਡ। ਇਸੇ ਜਦੋਂ ਵੀ ਕਰੋ, ਜਿੰਨੇ ਜੋਗੇ ਹੋ ਭਲਾ ਹੀ ਕਰੋ, ਬਸ ਬੁਰਾ ਨਹੀਂ ਕਿਸੇ ਦਾ ਕਰਨਾ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਬਸ
ਕਿਸੇ ਦਾ ਬੁਰਾ ਸੋਚਣਾ ਹੀ ਨਹੀਂ ਕਰਨਾ ਤਾਂ ਕਿਤੇ ਰਿਹਾ। ਬਾਣੀ ਕਹਿੰਦੇ ਕਿਸੇ ਦਾ ਬੁਰਾ ਹੀ ਨਹੀਂ ਸੋਚਣਾ, ਬੁਰਾ ਮਨ 'ਚ ਲਿਆਓ ਹੀ ਨਾ, ਤੁਹਾਨੂੰ ਦੁੱਖ ਹੀ ਕੋਈ ਨਹੀਂ ਹੋਏਗਾ। ਅਸੀਂ ਕਿਸੇ ਦਾ ਬੁਰਾ ਕਰਾਂਗੇ, ਸਾਡਾ ਹੋਣਾ ਹੀ ਹੋਣਾ ਹੈ। ਜੋ ਤੁਸੀਂ ਕਿਸੇ ਨਾਲ ਕਰ ਰਹੇ ਹੋ ਉਹੀ ਤੁਹਾਡੇ ਨਾਲ ਹੋਣਾ ਹੈ। ਸਾਡੇ ਹੁਣ ਦੇ ਜੀਵਨ ਤੋਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਅਸੀਂ ਪਿਛਲੇ ਜਨਮ 'ਚ ਕੀ ਕੀਤਾ। ਜੇ ਸਾਨੂੰ ਕੋਈ ਲੋਕ ਦੁੱਖ ਦੇ ਰਹੇ ਨੇ ਤਾਂ ਅਸੀਂ ਦੁੱਖ ਦਿੱਤਾ, ਹੁਣ ਭੋਗ ਬਈ ਸੌਵੇ ਜੀ ਆਪਣਾ ਕੀ ਹੈ। ਪਿੱਛੇ ਜੇਬਾਂ ਕਤਰੀਆਂ, ਸਾਡੇ ਵੀ ਕਤਰੀ ਗਈ। ਉਹੀ ਮਿਲਣਾ ਜੋ ਤੁਸੀਂ ਕਿਸੇ ਨੂੰ ਦੇ ਰਹੇ ਹੋ। ਖੁਸ਼ੀ ਜਿਹੜੀ ਹੈ ਯਾਦ ਰੱਖਣਾ, ਜੇ ਤੁਸੀਂ ਖੁਸ਼ ਹੋਣਾ ਚਾਹੁੰਦੇ ਹੋ ਤਾਂ ਖੁਸ਼ੀ ਵੰਡੋ। ਕਿਸੇ ਨੂੰ ਖੁਸ਼ ਕਰੋਗੇ ਤਾਂ ਹੀ ਤੁਹਾਨੂੰ ਖੁਸ਼ੀ ਮਿਲੇਗੀ ਨਾ। ਜੇ ਤੁਸੀਂ ਕਿਸੇ ਨੂੰ ਦੁੱਖ ਦੇ ਰਹੇ ਹੋ ਤੁਹਾਨੂੰ ਖੁਸ਼ੀ ਕਿਵੇਂ ਮਿਲੇਗੀ? ਕਿਵੇਂ ਮਿਲੇਗੀ? ਦਸਮ ਪਾਤਸ਼ਾਹ ਕਹਿੰਦੇ ਸੀ ਇਹ ਜਿਹੜੇ ਵਿਚਾਰ ਨੇ ਇੱਕ ਐਸਾ ਤੀਰ ਹੈ ਜਿਹੜਾ ਦੂਜੇ ਨੂੰ ਵੱਜ ਕੇ ਮੁੜ ਕੇ ਤੁਹਾਨੂੰ ਵੱਜਦਾ ਹੈ। ਇਸੇ ਤਰ੍ਹਾਂ ਕਰਮ ਹੈ, ਜਿਹੜਾ ਤੁਸੀਂ ਕਰ ਰਹੇ ਹੋ ਪਹਿਲਾਂ ਉਹਦੇ ਲਈ ਕੀਤਾ, ਉਹੀ ਤੁਹਾਡੇ ਨਾਲ ਹੋਣਾ। ਉਹੀ ਤੀਰ ਪਿਆਰ ਦਾ ਮਾਰਿਆ, ਪਿਆਰ ਦੇ ਵਾਪਸ ਆਵੇਗਾ। ਨਫ਼ਰਤ ਦਾ ਮਾਰਿਆ, ਨਫ਼ਰਤ ਦਾ ਹੀ ਵਾਪਸ ਆਵੇਗਾ। ਜਿਹੋ ਜਿਹਾ ਤੀਰ ਚਲਾ ਰਿਹਾ ਖਿਆਲਾਂ ਦਾ, ਉਸੇ ਤਰ੍ਹਾਂ ਵਾਪਸ ਆਉਣਾ ਹੈ। ਇਹ ਗੱਲ ਯਾਦ ਰੱਖਣੀ ਕਿ ਮੈਂ ਜੋ ਕਰ ਰਿਹਾ ਇਹ ਮੈਂ ਹੀ ਭੋਗਣਾ ਹੈ। ਐ ਯੂ ਸੋ ਸ਼ੈਲ ਯੂ ਰੀਪ। ਸਾਰੇ ਧਰਮ ਵਾਲੇ ਕਰਮ ਫਿਲਾਸਫੀ ਨੂੰ ਮੰਨਦੇ ਨੇ ਵੀ ਕਰਮ ਭੋਗਣੇ ਪੈਂਦੇ, ਪਰ ਬੇਸਮਝ ਅਸੀਂ ਹਾਂ ਅਤੇ ਫਿਰ ਵੀ ਕਰੀ ਜਾਂਦੇ ਮਾੜੇ ਕੰਮ। ਕਹਿੰਦੇ ਲੈ ਕਿਹੜਾ ਪੁੱਛਦਾ? ਇਸ ਤਰ੍ਹਾਂ ਕਹਿਣ ਨਾਲ ਕੋਈ ਗੱਲ ਬਣਦੀ? ਪਹਿਲਾਂ ਇਹ ਤਾਂ ਅਗਿਆਨੀਆਂ ਵਾਲੀ ਗੱਲ ਹੈ ਵੀ ਕਿਹੜਾ ਪੁੱਛਦਾ ਹੈ ਜੀ। ਹਾਂ, ਜਿਨ੍ਹਾਂ ਦੇ ਕਿ ਰਾਜੇ ਮਹਾਰਾਜੇ ਮੱਥੇ ਟੇਕਦੇ ਰਹੇ ਨਾ, ਅੱਜ ਜੇਲ੍ਹਾਂ 'ਚ ਬੈਠੇ ਨੇ। ਇਹ ਮਤ ਸੋਚੋ ਕਿਹੜਾ ਪੁੱਛਦਾ ਹੈ। ਇਹ ਨਹੀਂ ਸੋਚ ਰਹੇ ਲੈ ਕੌਣ ਪੁੱਛਦਾ। ਇਸ ਭੁਲੇਖੇ 'ਚ ਨਹੀਂ ਰਹਿਣਾ ਵੀ ਉਹ ਰਾਜੇ ਮਹਾਰਾਜ ਸਾਨੂੰ ਮੱਥੇ ਟੇਕਦੇ, ਸਾਡਾ ਕਿਸੇ ਨੇ ਕੀ ਵਿਗਾੜ ਦੇਣਾ। ਦਾਤਾ ਕਹਿੰਦਾ ਕੋਈ ਨਹੀਂ ਦੱਸਦਾ ਮੈਂ ਤੈਨੂੰ। ਫਿਰ ਇਸ ਲਈ ਐ ਨਹੀਂ ਸੋਚਣਾ ਲੈ ਕਿਹੜਾ ਪੁੱਛਦਾ ਹੈ। ਪੁੱਛਣ ਵਾਲੇ ਵੀ ਆ ਜਾਂਦੇ ਨੇ। ਇਸ ਲਈ ਹਮੇਸ਼ਾ ਭਲਾ ਕਰੋ ਤਾਂ ਹੀ ਭਲੇ ਦਾ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਖੁਸ਼ੀ ਦਿਓਗੇ ਖੁਸ਼ੀ ਮਿਲੇਗੀ। ਅਗਰ ਅਸੀਂ ਕਿਸੇ ਨੂੰ ਖੁਸ਼ੀ ਨਹੀਂ ਦੇ ਰਹੇ, ਆਪ ਨੂੰ ਖੁਸ਼ੀ ਕਿੱਥੋਂ ਮਿਲੇਗੀ ਜੀ? ਤੁਸੀਂ ਸਮਾਜ ਲਈ ਕੁਝ ਕਰੋ, ਸਮਾਜ ਤੁਹਾਡੇ ਲਈ ਕਰੇਗਾ। ਮੈਂ ਮੰਨ ਲਓ ਤੁਹਾਡੇ ਲਈ ਕੁਛ ਕਰਦਾ ਹੀ ਨਹੀਂ, ਨਾ ਮੈਂ ਕੋਈ ਤੁਹਾਡੇ ਪਾਠ ਸਿਖਾਉਣਾ, ਨਾ ਮੈਂ ਕੋਈ ਕਥਾ ਵਾਰਤਾ ਕਰਦਾ, ਨਾ ਮੈਂ ਕੋਈ ਦੁੱਖ ਸੁੱਖ ਤੁਹਾਡੇ ਸਾਂਝੀ ਵਾਲਾ, ਨਾ ਤੁਹਾਡੇ ਨਾਲ ਕੁਛ। ਤੁਹਾਨੂੰ ਕੀ ਲੋੜ ਹੈ ਮੇਰੀ ਸਹਾਇਤਾ ਕਰਨ ਦੀ? ਫਿਰੀ ਜਾਵੇ, ਬਥੇਰੀ ਦੁਨੀਆ, ਬਥੇਰੀ ਦੁਨੀਆ ਹੈ। ਫਿਰੀ ਜਾ। ਕਹਿੰਦਾ ਤੂੰ ਸਾਡੇ ਲਈ ਕੀ ਕੀਤਾ? ਕਿਸੇ ਲਈ ਕਰਾਂਗੇ ਤਾਂ ਹੀ ਉਹ ਸਾਡੇ ਲਈ ਕਰੇਗਾ। ਜੇ ਨੂੰਹ ਸੱਸ ਦੀ ਸੇਵਾ ਨਹੀਂ ਨਾ ਕਰ ਰਹੀ, ਉਹ ਮੱਤ ਉਮੀਦ ਰੱਖੇ ਕਿ ਉਹਦੀ ਨੂੰਹ ਉਹਦੀ ਸੇਵਾ ਕਰੇਗੀ। ਉਹਨੇ ਕੀਤੀ ਨਹੀਂ, ਉਹਦੀ ਹੋਣੀ ਨਹੀਂ। ਪਿੱਟੀ ਫਿਰ ਆਪਣੇ ਵਾਰੀ ਪਿੱਟੂ, ਆਪਣੇ ਵਾਰੀ ਪਿੱਟੂ। ਬੀਬੀ ਆਪਣੇ ਸੱਸ ਦੀ ਸੇਵਾ ਕਰ ਰਹੀ ਹੈ, ਠੀਕ। ਉਹਦੇ ਬੱਚੇ ਵੇਖ ਰਹੇ ਨੇ। ਜਦ ਮਾਂ ਸੱਸ ਬਿਮਾਰ ਹੋ ਗਈ ਹੈ, ਇਕੱਲੀ ਬੀਬੀ ਨਹੀਂ ਕਰ ਸਕਦੀ, ਤੇ ਆਪਣੇ ਬੱਚੇ ਨੂੰ ਕਹਿੰਦੇ ਹੱਥ ਪਾਈ ਨਾਲ ਆ ਕਰੀ। ਫਿਰ ਹੌਲੀ ਹੌਲੀ ਬੱਚੇ ਨੂੰ ਵੀ ਸੇਵਾ ਕਰਨ ਦੀ ਆਦਤ ਪੈ ਜਾਂਦੀ, ਉਹਨੂੰ ਪਤਾ ਲੱਗਦਾ ਹੌਲੀ। ਉਹ ਵੀ ਫਿਰ ਜਦੋਂ ਉਹ ਦੇਖਦਾ ਹੈ ਕਿ ਮੇਰੇ ਮਾਂ ਪਿਓ ਆਪਣੇ ਮਾਂ ਪਿਓ ਦੀ ਸੇਵਾ ਕਰ ਰਹੇ ਹਨ, ਬੱਚਾ ਵੀ ਉਹਨਾਂ ਦੇ ਨਾਲ ਲੱਗ ਜਾਣ। ਨਾਲ ਲਾਉਣਾ ਚਾਹੀਦਾ ਸੇਵਾ 'ਚ। ਹੌਲੀ ਹੌਲੀ ਬੱਚੇ ਸੇਵਾ ਕਰਨ ਦਾ ਗੁਣ ਪੈਦਾ ਹੋ ਜਾਏਗਾ। ਅਤੇ ਜਦੋਂ ਅਸੀਂ ਬਿਮਾਰ ਢਿੱਲੇ ਮੱਠੇ ਹੋਵਾਂਗੇ, ਬੁੱਢੇ ਹੋਵਾਂਗੇ, ਫਿਰ ਸਾਡੇ ਬੱਚੇ ਸੇਵਾ ਕਰਨਗੇ। ਅਤੇ ਜੇ ਅਸੀਂ ਨਹੀਂ ਕੀਤੀ ਤਾਂ ਫਿਰ ਕੀ ਉਮੀਦ ਕਰ ਸਕਦੇ ਸਾਡਾ ਕੋਈ ਸੇਵਾ ਕਰੇਗਾ ਜੀ? ਇਹ ਨਾ ਗਿਆਨ ਹੋਣ ਕਰਕੇ ਬਸ ਚੱਲ ਰਿਹਾ ਹੈ। ਸਾਰੇ ਦੁਖੀ ਨੇ, ਇੱਕ ਦੂਜੇ ਦੁਖੀ ਨੇ। ਸੋ ਇਸ ਲਈ ਨਾਮ ਜਪੋ। ਨਾਮ ਜਪਣ ਨਾਲ ਤੁਹਾਡੇ 'ਚ ਗੁਣ ਪੈਦਾ ਹੋ ਜਾਣਗੇ, ਅਤੇ ਜਿਹੜੇ ਗੁਣ ਨੇ ਇਹ ਬੜੀ ਵੱਡੀ ਗੱਲ ਹੁੰਦੀ ਹੈ।
ਔਗਣਿਆਰਾ ਬੰਦਾ ਤਾਂ ਹਮੇਸ਼ਾ ਆਪ ਵੀ ਦੁਖੀ ਰਹਿੰਦਾ, ਸਮਾਜ ਨੂੰ ਵੀ ਦੁਖੀ ਕਰਦਾ। ਚੋਰ ਔਗਣਿਆਰਾ ਹੈ, ਉਹ ਆਪ ਸੁਖੀ ਨਹੀਂ ਰਹਿੰਦਾ, ਨਾ ਤੁਹਾਨੂੰ ਸੁਖੀ ਰਹਿਣਾ। ਜਿਹਦੇ ਘਰ ਚੋਰੀ ਕਰੇਗਾ ਉਹ ਵੀ ਤਾਂ ਦੁਖੀ ਹੋਏਗਾ। ਉਹ ਫੜਿਆ ਜਾਏਗਾ, ਉਹਦੇ ਕਟਾਪਾ ਚੜੇਗਾ, ਉਹ ਵੀ ਦੁਖੀ, ਉਹ ਵੀ ਦੁਖੀ। ਇੱਕ ਬੰਦਾ ਬਿਮਾਰ ਹੈ, ਇੱਕ ਆਪਣਾ ਪ੍ਰੇਮੀ ਹੈ, ਜਾਣੂ ਹੈ, ਚੰਗਾ, ਮੰਨ ਲਓ ਆਪਣੇ ਕੋਲ ਪੈਸਾ ਵੀ ਕੋਈ ਨਹੀਂ ਉਹਦੀ ਸਹਾਇਤਾ ਕਰਨ ਨੂੰ, ਉਹਦਾ ਹਾਲ ਚਾਲ ਪੁੱਛਣ ਜਾਣੇ ਬੜੀ ਵੱਡੀ ਗੱਲ ਹੈ। ਦੂਜੇ ਤੀਜੇ ਗੇੜਾ ਮਾਰਾ ਹਾਲ ਚਾਲ ਪੁੱਛ, ਭਾਈ ਤੇਰਾ ਕੀ ਹਾਲ ਚਾਲ ਹੈ, ਕੋਈ ਹੱਸ ਖੇੜਾ ਉਹਦੇ ਨਾਲ ਉਹਦਾ ਮਨ ਥੋੜ੍ਹਾ ਹੋ ਜਾਏਗਾ। ਅਗਲਾ ਕਹਿੰਦਾ ਭਾਈ ਹਸਪਤਾਲ 'ਚ ਮੇਰਾ ਹਾਲ ਚਾਲ ਪੁੱਛਣ ਆਇਆ ਸੀ। ਕਰਨਾ ਤਾਂ ਡਾਕਟਰਾਂ ਨਹੀਂ ਹੁੰਦਾ, ਇਲਾਜ ਤਾਂ ਡਾਕਟਰਾਂ ਨਹੀਂ ਕਰਨਾ ਹੁੰਦਾ, ਪਰ ਉਹਨਾਂ ਦਾ ਵੀ ਹਾਂ ਮੇਰੇ ਨਾਲ ਕਿਸੇ ਦੀ ਹਮਦਰਦੀ ਹੈ, ਮੇਰਾ ਕੋਈ ਪਤਾ ਕਰਨਾ ਹੈ ਹਸਪਤਾਲ ਜਾਣ। ਅੱਜ ਅਸੀਂ ਕਰਾਂਗੇ, ਕੱਲ੍ਹ ਨੂੰ ਅਗਲਾ ਵੀ ਸਾਡਾ ਕਰੇਗਾ। ਇਹ ਖਿਆਲ ਰੱਖਣਾ ਹੈ, ਜੋ ਅਸੀਂ ਅੱਜ ਕਰ ਰਹੇ ਇਹੀ ਸਾਡੇ ਨਾਲ ਹੋਣਾ, ਇਸ ਜਨਮ 'ਚ ਹੋਲੇ ਅਗਲੇ 'ਚ ਹੋਲੇ। ਸੋ ਸਭ ਤੋਂ ਵਧੀਆ ਕੀ ਗੱਲ ਹੈ ਕਿ ਭਾਈ ਨਾਮ ਜਪੋ। ਨਾਮ ਜਪੀ ਜੋ ਤੁਹਾਡੇ 'ਚ ਗੁਣ ਪੈਦਾ ਹੋ ਜਾਣਗੇ। ਬਸ ਜਦੋਂ ਗੁਣ ਪੈਦਾ ਹੋ ਗਏ, ਔਗੁਣ ਆਪਣੇ ਆਪ ਸਮਾਂ ਪਾ ਕੇ ਖਤਮ ਹੋ ਜਾਣਗੇ ਅਤੇ ਤੁਹਾਡੇ ਇੱਥੇ ਭਲਾ ਹੋਣ ਲੱਗ ਜਾਏ। ਗੁਣਵਾਨ ਬੰਦੇ ਦਾ ਲੋਕਾਂ ਦਾ ਭਲਾ ਹੀ ਕਰਨਾ। ਇਸ ਲਈ ਬੜੀ ਵੱਡੀ ਗੱਲ ਹੈ, ਇਹਨਾਂ ਲਾਈਨਾਂ 'ਚ ਲਿਖੀ ਹੋਈ ਹੈ। ਸਿਆਣਾ ਕੌਣ ਹੈ? ਜਿਨ ਤਜਿਆ ਅਭਿਮਾਨ। ਜਿਨ ਨੰਨੇ ਨੂੰ ਸਿਹਾਰੀ ਹੈ, ਇੱਕ ਵਚਨ ਹੈ। ਜੇ ਨੰਨੇ ਨੂੰ ਸਿਹਾਰੀ ਨਾ ਆਉਂਦੀ ਫਿਰ ਬਹੁਵਚਨ ਸੀ। ਮੈਂ ਕਈ ਵਾਰ ਬੈਠਾ ਸੋਚਦਾ, ਮੈਂ ਕਿ ਯਾਰ ਭਾਈ ਗੁਰਦਾਸ ਜੀ ਜਿਨ੍ਹਾਂ ਬਾਣੀ ਲਿਖੀ ਕਿੰਨੇ ਵਿਦਵਾਨ ਸਨ, ਬੜਾ ਧਿਆਨ ਰੱਖਿਆ ਹੈ। ਜੇ ਨਹੀਂ ਸ਼ਬਦ ਹੈ, ਜਿੱਥੇ ਇੱਕ ਵਚਨ ਬਣਾਉਣਾ ਸੀ ਸਿਹਾਰੀ ਲਾਤੀ, ਜਿੱਥੇ ਬਹੁਵਚਨ ਬਣਾਉਣਾ ਸੀ ਸਿਹਾਰੀ ਨਹੀਂ ਲਾਈ। ਉਹ ਰਹਿਣ ਉਹੀ ਦਿੱਤਾ, ਜਿਨ ਰਹਿਣ ਉਹੀ ਦਿੱਤਾ ਹੈ। ਰਾਹ ਹੈ, ਜੇ ਰਾਰੇ ਨੂੰ ਹਾਏ ਨੂੰ ਔਂਕੜ ਲਾਇਆ ਤਾਂ ਰਾਹ ਇੱਕ ਵਚਨ ਹੋ ਗਿਆ। ਜੇ ਹਾਏ ਨੂੰ ਔਂਕੜ ਨਾ ਲਾਉਂਦੇ ਇਹ ਰਾਹ ਕਿੱਧਰ ਜਾਂਦੇ ਨੇ ਜੀ? ਵੀ ਅੱਜ ਇੰਨੇ ਰਾਹ ਨੇ, ਕਿੱਥੇ ਕਿੱਥੇ ਜਾ ਰਹੇ ਨੇ, ਫਿਰ ਇਹ ਹੋਣਾ ਸੀ ਇਹ ਰਾਹ ਕਿੱਥੇ ਜਾ ਰਹੇ, ਇਸ ਲਈ ਔਂਕੜ ਲਾਤਾ ਉਹਨਾਂ ਨੇ। ਇਹ ਲੋਕ ਬੜੇ ਬੇਪਰਵਾਹ ਹਨ, ਫਿਰ ਹਾਏ ਨੂੰ ਔਂਕੜ ਨਹੀਂ ਸੀ ਲੱਗਣਾ। ਇਹ ਬੜਾ ਬੇਪਰਵਾਹ ਹੈ, ਹਾਏ ਨੂੰ ਔਂਕੜ ਲਾ ਕੇ ਇੱਕ ਵਚਨ ਬਣਾਤਾ ਉਹਨਾਂ ਨੇ। ਸ਼ਬਦ ਬੇਪਰਵਾਹ ਹੀ ਰਿਹਾ, ਔਂਕੜ ਲਾਤੇ ਇੱਕ ਵਚਨ ਬਣਾਤਾ, ਨਾ ਲਾਉਂਦੇ ਬਹੁਤ ਹੋ ਜਾਣਾ ਸੀ। ਬੜੇ ਹੀ ਧਿਆਨ ਨਾਲ। ਮੈਂ ਉਦੋਂ ਵੱਡੀ ਗੱਲ ਵਾ ਭਾਈ ਮਨੀ ਸਿੰਘ ਨੂੰ ਮੰਨਦਾ ਬਈ ਗੁਰੂ ਦਸਮ ਪਾਤਸ਼ਾਹ ਬੋਲੀ ਜਾ ਰਹੇ ਨੇ। ਭਾਈ ਗੁਰਦਾਸ ਜੀ ਤੇ ਅੱਗੇ ਲਿਖੀ ਹੋਈ ਬਾਣੀ ਸੀ ਕਿ ਤੁਸੀਂ ਇਸ ਨੂੰ ਉਤਾਰਨਾ ਹੈ। ਉਹਨਾਂ ਕੋਲ ਲਿਖੀ ਹੋਈ ਸੀ, ਸਿਰ ਸਪੈਲਿੰਗ ਉਹਨਾਂ ਨੇ ਠੀਕ ਕੀਤੇ। ਸਾਰੇ ਭਗਤਾਂ ਦੀ ਬਾਣੀ ਸੀ, ਕਿਸੇ ਦੀ ਬਾਣੀ ਸੀ, ਸਪੈਲਿੰਗ ਸਾਰਿਆਂ ਦੀ ਇੱਕੋ ਕਰਤੇ। ਇੱਕੋ ਤਾਂ ਜੀ ਇੱਕੋ ਹੀ ਨਿਯਮ ਚੱਲੇ ਸਾਰੀਆਂ ਬਾਣੀਆਂ 'ਤੇ। ਇਹ ਨਹੀਂ ਕਿ ਭਗਤਾਂ ਦੀ ਬਾਣੀ ਵੇਲੇ ਵਿਆਕਰਨ ਹੋਰ ਹੋ ਗਈ ਹੈ ਅਤੇ ਗੁਰੂਆਂ ਦੀ ਬਾਣੀ ਵੇਲੇ ਵਿਆਕਰਨ ਹੋ ਗਈ ਨਾ। ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹੀ ਨਿਯਮ ਸਭ ਦੀ ਬਾਣੀ 'ਤੇ ਲਾਗੂ, ਤੇ ਬੜਾ ਧਿਆਨ ਰੱਖਿਆ। ਅਤੇ ਮੈਂ ਕਹਿੰਦਾ ਧੰਨ ਭਾਈ ਮਨੀ ਸਿੰਘ ਜੀ, ਬਈ ਦਸਮ ਪਾਤਸ਼ਾਹ ਬੋਲੀ ਜਾ ਰਹੇ ਨੇ ਅਤੇ ਉਹ ਲਿਖੀ ਜਾ ਰਹੇ ਨੇ। ਉਹ ਬੋਲੀ ਜਾ ਰਹੇ। ਅੱਜ ਦੀ ਪੰਜਾਬੀ ਨਹੀਂ ਸਾਰਿਆਂ ਨੂੰ ਲਿਖਣੀ ਆਉਂਦੀ ਹੈ ਜੀ। ਇੱਕ ਬੰਦਾ ਬੋਲਣ ਨੂੰ ਲਿਖੀ ਜਾ। ਅਸੀਂ ਸਕੂਲਾਂ 'ਚ ਪੜ੍ਹਾਉਂਦੇ ਨੇ ਬੱਚੇ, ਕਿੰਨੀਆਂ ਗਲਤੀਆਂ ਕਰਦੇ ਨੇ, ਕਿੰਨੀ ਗਲਤੀ। ਬਲੈਕ ਬੋਰਡ 'ਤੇ ਲਿਖਣਾ ਪੈਂਦਾ, ਵੇਖ ਕੇ ਲਿਖ, ਵੇਖ ਕੇ ਵੀ ਗਲਤੀ ਕਰਦੇ ਨੇ। ਮੂੰਹ ਚੁਣਦੇ ਕਿਤੇ ਰਿਹਾ। ਬੱਚਿਆਂ ਨੂੰ ਇੱਕ ਪੈਰਾ ਤੁਸੀਂ ਮੂੰਹ ਜਵਾਨੀ ਬੋਲ ਦਿਓ, ਲੋ ਲਿਖੋ, ਕਿੰਨੀਆਂ ਗਲਤੀਆਂ ਕਰਦੇ ਨੇ ਇੱਕ ਪੈਰੇ 'ਚ। ਪੰਜਾਬੀ ਨਹੀਂ ਲਿਖਣੀ ਆਉਂਦੀ, ਹੋਰ ਤਾਂ ਸਾਨੂੰ ਕੀ ਲਿਖਣਾ ਹੋਣਾ ਹੈ। ਅਤੇ ਗੁਰਬਾਣੀ ਲਿਖਣੀ ਤਾਂ ਬਹੁਤ ਹੀ ਔਖੀ ਹੈ, ਇਹ ਤਾਂ ਬਹੁਤ ਹੀ ਔਖੀ ਹੈ। ਧੰਨ ਭਾਈ ਮਨੀ ਸਿੰਘ ਜੀ ਵੀ ਦਸਮ ਪਾਤਸ਼ਾਹ ਬੋਲੀ ਗਏ ਅਤੇ ਉਹ ਲਿਖੀ ਗਏ। ਇੱਕ ਗੱਲ ਭਾਈ ਮਨੀ ਸਿੰਘ ਨੇ ਕਹੀ ਸੀ ਵੀ ਮਹਾਰਾਜ ਜਿਹੜੇ ਪੰਚਮ ਪਾਤਸ਼ਾਹ ਦੇ ਵੇਲੇ ਗੁਰੂ ਗ੍ਰੰਥ ਤਿਆਰ ਸੀ, ਉਹਦੇ 'ਚ ਜਿਹੜਾ ਹੈ ਸਿਹਾਰੀਆਂ ਔਂਕੜ ਜ਼ਿਆਦਾ ਸਨ, ਤੁਸੀਂ ਘੱਟ ਲਵਾਏ ਨੇ। ਕਹਿੰਦੇ ਕੋਈ ਨਹੀਂ, ਹੁਣ ਸਿੱਖ ਸਿਆਣੇ ਹੋ ਗਏ ਨੇ, ਆਪੇ ਲਾ ਕੇ ਪੜ੍ਹ ਲੈਣਗੇ, ਆਪੇ ਪੜ੍ਹ ਲੈਣਗੇ। ਸੋ ਕਿੰਨਾ ਔਖਾ ਕੰਮ ਭਾਈ ਮਨੀ ਸਿੰਘ ਨੇ ਕੀਤਾ। ਦਸਮ ਪਾਤਸ਼ਾਹ ਦੇ ਬੋਲੀ ਗਏ, ਬੋਲੀ ਗਏ। ਇਹ ਵੀ ਨਹੀਂ ਫਿਰ ਦਸਮ ਪੰਚਮ ਪਾਤਸ਼ਾਹ ਦਾ ਕਰੈਕਟ ਕਰਦੇ ਸਨ। ਸ਼ੁੱਧ ਕੀਚੈ, ਸ਼ੁੱਧ ਉਹਨਾਂ ਲਿਖਿਆ। ਭਾਈ ਗੁਰਦਾਸ ਜੀ ਲਿਖਦੇ ਸਨ, ਫਿਰ ਕੋਈ ਲਿਖ ਕੇ ਪੰਚਮ ਪਾਤਸ਼ਾਹ ਨੂੰ ਵਿਖਾਉਂਦੇ ਸਨ, ਪੰਚਮ ਪਾਤਸ਼ਾਹ ਨੂੰ ਪੜ੍ਹਦੇ ਸਨ,
ਫਿਰ ਲਿਖਿਆ, ਦੇਖੋ ਨੋਟ ਤੁਸੀਂ ਪਾਠ ਕਰਦੇ ਲਿਖਿਆ, ਕਿਤੇ ਲਿਖਿਆ ਦਾ ਸ਼ੁੱਧ, ਕਿਤੇ ਲਿਖਿਆ ਦਾ ਸ਼ੁੱਧ ਕੀਚੇ, ਲਿਖਿਆ ਨਾਲ ਨੋਟ ਦਿੱਤੇ ਨੇ। ਉਹਨੇ ਆਪ ਸ਼ੁੱਧ ਕੀਤਾ, ਪਰ ਦਸਮ ਪਾਤਸ਼ਾਹ ਵਾਲੇ ਇੰਨੇ ਸਮਾਂ ਹੀ ਨਹੀਂ ਸੀ ਕਿ ਉਹ ਸਾਰੇ ਨੂੰ ਫਿਰ ਆਪ ਸ਼ੁੱਧ ਕਰਦੇ। ਹੁਣ ਤਾਂ ਲਿਖਾ ਕੇ ਉਹਨਾਂ ਕਿਹਾ, ਹਾਂ ਬਈ ਅਖੰਡ ਪਾਠ ਕਰੋ। ਪਹਿਲਾ ਅਖੰਡ ਪਾਠ ਦਮਦਮਾ ਸਾਹਿਬ ਦਸਮ ਪਾਤਸ਼ਾਹ ਦੇ ਵੇਲੇ ਹੋਇਆ, ਨਹੀਂ ਤਾਂ ਪਹਿਲਾਂ ਸਹਿਜ ਪਾਠ ਹੁੰਦੇ ਸਨ। ਉਹਨਾਂ 5 ਪਾਠੀ ਲਾ ਕੇ ਪਹਿਲਾ ਅਖੰਡ ਪਾਠ ਕਰਾਇਆ ਸੀ। ਉਦੋਂ ਤਾਂ 5 ਪਾਠੀ ਦਾ ਰਿਵਾਜ ਚੱਲ ਪਿਆ। ਹੁਣ ਜਿੰਨੇ ਅਖੰਡ ਪਾਠ ਆਮ ਤੌਰ ਦੇ ਘਰਾਂ 'ਚ ਹੁੰਦੇ ਨੇ 5 ਪਾਠੀ ਲੱਗੇ ਹੁੰਦੇ ਨੇ। ਅਸੀਂ ਸਹੂਲਤ ਲਈ 6 ਪਾਠੀ ਲਾਉਂਦੇ, ਅਸੀਂ ਸਹੂਲਤ ਲਈ 6 ਲਾਉਂਦੇ ਵੀ ਇੱਕ ਸਵੇਰੇ ਡਿਊਟੀ, ਉਸੇ ਦੀ ਰਾਤ ਨੂੰ 19 ਵਜੇ, ਜੇ ਸਵੇਰੇ 10 ਵਜੇ ਰਾਤ ਨੂੰ 10 ਵਜੇ, ਦੂਜੀ 12 ਵਜੇ, ਦੂਜੇ 12 ਵਜੇ, ਫਿਰ ਤੁਹਾਡੇ 2 ਡਿਊਟੀਆਂ ਨੇ ਬਸ। ਉਹਨਾਂ ਨੂੰ ਸਹੂਲਤ ਲਈ ਉਹਨਾਂ ਦੇ ਪੂਰਾ ਰੈਸਟ ਆ ਜਾਣਾ। ਨਹੀਂ ਤਾਂ ਪਹਿਲਾਂ 5 ਤੋਂ ਹੀ ਸੀ। 48 ਘੰਟੇ ਵੀ ਜਿਹੜਾ ਚੱਲਿਆ ਹੈ ਇਹ ਵੀ ਉਦੋਂ ਹੀ ਹੋਣੇ। ਇਹ ਤਾਂ ਮੈਂ ਪਹਿਲਾ ਅਖੰਡ ਪਾਠ ਦਸਮ ਪਾਤਸ਼ਾਹ ਵੇਲੇ 48 ਘੰਟਿਆਂ 'ਚ ਹੋਇਆ ਹੋਣਾ। ਫਿਰ ਰਿਵਾਜ਼ ਹੋ ਗਿਆ ਵੀ 48 ਘੰਟਿਆਂ ਦੇ ਵਿੱਚ ਭੋਗ ਪਾਉਣਾ। ਅਖੰਡ ਪਾਠ ਦਾ ਭੋਗ 48 ਘੰਟਿਆਂ ਦੇ ਵਿੱਚ ਪਾਉਣਾ ਹੈ, ਉਦੋਂ ਉਹਦਾ ਰਿਵਾਜ਼ ਚੱਲ ਪਿਆ। ਖੈਰ, ਸੋ ਗੁਰੂ ਮਹਾਰਾਜ ਜਿਹੜੀ ਗੱਲ 'ਤੇ ਜ਼ੋਰ ਦਿੰਦੇ ਨਾ, ਉਹ ਕਹਿੰਦੇ ਭਾਈ ਪਰਮਾਤਮਾ ਦਾ ਨਾਮ ਜਪੋ। ਉਹ ਇਸੇ 'ਚ ਚਾਰੇ ਪਦਾਰਥ ਨੇ, ਇਸੇ 'ਚ ਸਾਰੀਆਂ ਸਿੱਧੀਆਂ ਨੇ। ਕਹਿੰਦੇ ਹੰਕਾਰ ਛੱਡੋ। ਹੰਕਾਰ ਉਦੋਂ ਬੰਦਾ ਛੱਡੇਗਾ ਜਦੋਂ ਉਹਨੂੰ 100% ਦ੍ਰਿੜ ਹੋ ਜਾਏਗਾ ਕਿ ਜੋ ਕੁਛ ਵੀ ਮੇਰੇ ਕੋਲੇ ਹੈ ਇਹ ਸਭ ਪਰਮਾਤਮਾ ਨੇ ਦਿੱਤਾ ਹੋਇਆ। ਇੱਥੋਂ ਤੱਕ ਕਿ ਮੇਰਾ ਸਰੀਰ ਵੀ ਪਰਮਾਤਮਾ ਨੇ ਦਿੱਤਾ ਹੈ, ਜਿਹੜਾ ਮੇਰੇ ਦਿਮਾਗ ਹੈ ਇਹ ਵੀ ਪਰਮਾਤਮਾ ਨੇ ਦਿੱਤਾ ਹੈ। ਨਹੀਂ, ਮੈਨੂੰ ਬੁੱਧੂ ਵੀ ਬਣਾ ਸਕਦਾ ਸੀ। ਜਿਹੜਾ ਮੈਨੂੰ ਸੁਣਦਾ ਹੈ ਇਹ ਵੀ ਦਾਤੇ ਦੀ ਕਿਰਪਾ ਹੈ, ਉਹ ਮੈਨੂੰ ਬੋਲਾ ਵੀ ਬਣਾ ਸਕਦਾ ਸੀ। ਜਿਹੜਾ ਮੈਂ ਬੋਲ ਰਿਹਾ ਆਵਾਜ਼, ਇਹ ਵੀ ਦਾਤੇ ਦੀ, ਨਹੀਂ ਤਾਂ ਮੈਨੂੰ ਗੂੰਗਾ ਬਣਾ ਸਕਦਾ ਸੀ। ਉਹ ਕੁਛ ਵੀ ਕਰ ਸਕਦਾ ਸੀ। ਉਹ ਜੋ ਕੁਛ ਵੀ ਸਾਡੇ ਕੋਲ ਹੈ ਸਭ ਪਰਮਾਤਮਾ ਦਿੱਤਾ ਹੋਇਆ। ਅਤੇ ਜਦੋਂ ਉਹਦਾ ਦਿੱਤਾ ਹੋਇਆ ਤਾਂ ਫਿਰ ਉਹਦਾ ਸ਼ੁਕਰਾਨਾ ਕਰਨਾ, ਹੰਕਾਰ ਨਹੀਂ ਕਰਨਾ ਚਾਹੀਦਾ। ਹੰਕਾਰ ਬੰਦਾ ਉਦੋਂ ਕਰਦਾ ਜਦੋਂ ਕਹਿੰਦਾ ਇਹ ਮੇਰਾ ਹੈ, ਮੈਂ ਕੀਤਾ ਹੈ। ਧਰਮ ਕਹਿੰਦਾ ਇਹ ਤੂੰ ਨਹੀਂ ਕੀਤਾ, ਇਹ ਪਰਮਾਤਮਾ ਨੇ ਤੇਰੇ ਤੋਂ ਕਰਵਾਇਆ ਹੈ। ਤੂੰ ਤੇ ਐਕਟਰ ਹੈ, ਡਾਇਰੈਕਟਰ ਤੇ ਪਰਮਾਤਮਾ ਹੈ। ਉਹ ਜਿਹੜੇ ਦੇਂਦਾ ਅਗਲੇ ਨੂੰ ਰੋਲ, ਆਹ ਕਰਨਾ ਤੂੰ। ਇੱਕ ਫਿਲਮ ਦੇ ਵਿੱਚ ਉਹ ਹੀਰੋ ਦਾ ਰੋਲ ਕਰ ਰਿਹਾ, ਡਾਇਰੈਕਟਰ ਕਹਿੰਦਾ ਚੱਲ ਤੂੰ ਹੀਰੋ ਬਣ, ਅਗਲੀ ਫਿਲਮ 'ਚ ਉਸੇ ਤੋਂ ਵਿਲਨ ਦਾ ਰੋਲ ਕਰਾ ਰਿਹਾ ਹੁੰਦਾ ਹੈ। ਤਾਂ ਹੀ ਵਾਲੇ ਕਿਹਾ ਪ੍ਰਭ ਡੋਰੀ ਹਾਥ ਤੁਮਾਰਾ। ਇਹ ਸੱਚੇ ਪਾਤਸ਼ਾਹ ਮੇਰੇ ਜੀਵਨ ਦੀ ਡੋਰੀ ਤਾਂ ਤੇਰੇ ਹੱਥ 'ਚ ਹੈ, ਜਿਵੇਂ ਕਰਾਏਂਗਾ ਉਵੇਂ ਅਸੀਂ ਕਰਾਂਗੇ। ਸੋ ਸਭ ਕੁਛ ਉਸੇ ਦਾ ਦਿੱਤਾ ਹੋਇਆ। ਦਿਮਾਗ ਦਿੱਤਾ ਹੈ, ਦਾਤੇ ਦੀ ਕਿਰਪਾ ਹੈ। ਅਮੀਰੀ ਦਿੱਤੀ ਹੈ, ਉਹਦੀ ਕਿਰਪਾ ਹੈ। ਨੌਕਰੀ ਦਿੱਤੀ ਹੈ, ਉਹਦੀ ਕਿਰਪਾ ਹੈ, ਉਹਦੀ ਕਿਰਪਾ ਹੈ। MBBS ਦੇ ਵਿੱਚ ਸਰਕਾਰੀ ਕਾਲਜ ਦਾਖਲਾ ਮਿਲਿਆ, ਕਿੰਨੀ ਕਿਰਪਾ ਹੈ। ਲੱਖਾਂ ਰੁਪਈਏ ਬਚ ਗਏ। ਨਹੀਂ ਤਾਂ ਪ੍ਰਾਈਵੇਟ ਕਾਲਜ ਲਿਓ 7 ਲੱਖ ਲਿਓ, 8 ਲੱਖ ਲਿਓ, ਦਾਖਲੇ ਦੇ ਲੈ ਲੈਣਾ ਸੀ। ਉਹਦੀ ਕਿਰਪਾ ਹੈ। ਇਹ ਨਹੀਂ ਸੋਚ ਮੈਂ ਬੜਾ ਇੰਟੈਲੀਜੈਂਟ ਸੀ ਤਾਂ ਫਿਰ ਨਹੀਂ। ਜੇ ਇੰਟੈਲੀਜੈਂਟ ਸੀ ਤਾਂ ਇੰਟੈਲੀਜੈਂਸ ਸੀ ਤੈਨੂੰ ਕਿੱਥੋਂ ਮਿਲੀ ਬਈ? ਉਹ ਕਿੱਥੋਂ ਮਿਲੇ? ਸਭ ਦਾਤੇ ਦਾ ਦਿੱਤਾ ਹੋਇਆ ਹੈ। ਇਹ ਯਾਦ ਰੱਖਣੀ ਹੈ। ਹੌਲੀ ਹੌਲੀ ਦ੍ਰਿੜ ਕਰਦੇ ਰਹਿਣਾ ਹੈ। ਟਾਈਮ ਲੱਗੇਗਾ, ਕਿਉਂਕਿ ਸਾਨੂੰ ਹਉਮੈ ਕਰਦੀ ਬੜੇ ਸਾਲਾਂ ਤੋਂ ਅਤੇ ਬੜੇ ਜਨਮਾਂ ਤੋਂ ਆਦਤ ਪੈ ਗਈ ਹੈ। ਕਿਸੇ ਆਦਤ ਨੂੰ ਬਦਲ ਕੇ ਨਾ ਨਵੀਂ ਆਦਤ ਪਾਉਣਾ ਔਖੀ ਨਹੀਂ, ਪਹਿਲੀ ਨੂੰ ਬਦਲ ਕੇ ਨਵੀਂ ਪਾਉਣਾ ਔਖੀ ਹੈ। ਵਿਸਾਹੋ 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 ਹੀ ਸਾਰੇ ਕਹਿ ਰਹੇ। ਜੇ ਮੈਂ ਕਿਹਾ ਵਿਸਾਹ, ਕੁਝ ਨੂੰ ਯਾਦ ਰਹਿ ਜਾਏਗਾ, ਨਹੀਂ ਤਾਂ ਮੁੜ ਕੇ ਫਿਰ ਕਹਿ ਕੇ ਵਿਸਾਹੋ ਕਹੇਗਾ। ਕਿਉਂ? ਇੱਕ ਵਾਰੀ ਆਦਤ ਪੈ ਗਈ ਹੈ। ਪੁਰਾਣੀਆਂ ਆਦਤਾਂ ਨੂੰ ਬਦਲਣਾ ਔਖਾ ਹੁੰਦਾ ਹੈ, ਪਰ ਹੋ ਸਭ ਕੁਝ ਸਕਦਾ ਹੈ। ਜੇ ਦਾਤਾ ਕਿਰਪਾ ਕਰਦੇ ਸਭ ਕੁਝ ਹੋ ਸਕਦਾ ਹੈ। ਉਹਨੂੰ ਕੀ ਦੇਰ ਲੱਗਦੀ ਹੈ ਜੀ? ਉਹਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ, ਕਿਰਪਾ ਕਰੋ। ਜੇ ਸਾਡੇ ਵੱਸ 'ਚ ਹੋਵੇ ਨਾ, ਅਸੀਂ ਇੱਕ ਵੀ ਕੁੜੀ ਨਾ ਜੰਮੀਏ। ਹੁਣ ਮੁੱਕ ਗਿਆ ਹੁੰਦਾ ਸੰਸਾਰ ਕਦੋਂ ਦਾ। ਕਿਉਂ? ਮੁੰਡੇ ਹੋਣੇ ਸਨ, ਅੱਗੇ ਹੋਣੇ 100 ਸਾਲਾਂ 'ਚ ਸੰਸਾਰ ਹੀ ਖਤਮ ਹੋ ਜਾਣਾ ਸੀ। ਖਤਮ ਹੋ ਗਿਆ।
ਦਾਤਾ ਕਹਿੰਦਾ ਨਹੀਂ, ਮੈਂ ਤਾਂ ਆਪਣੀ ਮਰਜ਼ੀ ਕਰਨੀ ਹੈ, ਤੇਰੀ ਨਹੀਂ ਚੱਲੇਗੀ, ਸਾਡੀ ਨਹੀਂ ਚੱਲੇਗੀ। ਸੋ ਇਸ ਲਈ ਇਹਨਾਂ ਦੋ ਗੱਲਾਂ ਦ੍ਰਿੜ ਕਰਾਈ ਦੋ ਲਾਈਨਾਂ 'ਚ। ਪਹਿਲਾ, ਹੰਕਾਰ ਨਹੀਂ ਕਰਨਾ। ਸਿਆਣਾ ਕੌਣ ਹੈ? ਜਿਹੜਾ ਹੰਕਾਰ ਨਹੀਂ ਕਰਦਾ। ਦੂਜਾ ਕਹਿੰਦੇ ਨਾਮ ਜਪ, ਤੈਨੂੰ ਚਾਰੇ ਪਦਾਰਥ ਅਤੇ ਸਾਰੀਆਂ ਸਿੱਧੀਆਂ ਤੈਨੂੰ ਪ੍ਰਾਪਤ ਹੋ ਜਾਣਗੀਆਂ। ਹੁਣ ਅਸੀਂ ਜਪਦੇ ਹਾਂ, ਨਹੀਂ ਜਪਦੇ, ਥੋੜ੍ਹਾ ਜਪਦੇ ਹਾਂ, ਬਹੁਤਾ ਜਪਦੇ ਹਾਂ। ਇਹ ਦਾਤੇ ਦੀ ਕਿਰਪਾ ਵੀ ਕਿੰਨਾ ਕਿਸੇ ਤੋਂ ਜਪਾਉਂਦਾ, ਕਿੰਨਾ ਕਿਸੇ ਤੋਂ ਜਪਾਉਂਦਾ। ਤੁਸੀਂ ਬਹੁਤ ਜਪਣਾ ਚਾਹੁੰਦੇ ਹੋ, ਘਰ 'ਚ ਕੋਈ ਸਮੱਸਿਆ ਖੜੀ ਹੋ ਗਈ, ਉਹ ਵਿੱਚ ਵਿਗੜ ਪੈ ਜਾਏਗਾ। ਤੁਸੀਂ ਬਹੁਤ ਜਪਣਾ ਚਾਹੁੰਦੇ ਹੋ, ਆਪਣੇ ਵੱਲੋਂ ਬਹੁਤ ਜਪ ਰਹੇ ਹੋ, ਘਰ ਦਾ ਕੋਈ ਜੀਅ ਬਿਮਾਰ ਹੋ ਗਿਆ, ਕੋਈ ਐਕਸੀਡੈਂਟ ਹੋ ਗਿਆ, ਕੋਈ ਅਚਾਨਕ ਮੁਕੱਦਮਾ ਚੱਲ ਪਿਆ, ਤੁਹਾਡਾ ਸਾਰਾ ਵਿੱਚੇ ਰਹਿ ਜਾਏਗਾ। ਜੇ ਤੁਸੀਂ ਬਹੁਤ ਭਜਨ ਬੰਦਗੀ ਕਰਦੇ ਹੋ ਤਾਂ ਵੀ ਦਾਤੇ ਦਾ ਸ਼ੁਕਰ ਕਰ ਸੱਚਾ ਵੇ, ਤੇਰੀ ਕਿਰਪਾ, ਤੂੰ ਵੇਲ ਦਿੱਤੀ ਹੈ, ਤੂੰ ਵੇਲ ਦਿੱਤੀ ਹੈ ਮੈਨੂੰ, ਤੂੰ ਮੈਨੂੰ ਤੰਦਰੁਸਤੀ ਦਿੱਤੀ ਹੈ, ਤੂੰ ਘਰ 'ਚ ਸੁੱਖ ਸ਼ਾਂਤੀ ਵਰਤਾਈ ਹੈ, ਤਾਂ ਮੈਂ ਤੇਰੀ ਭਜਨ ਬੰਦਗੀ ਕਰ ਸਕਦਾ। ਜੇ ਘਰ 'ਚ ਸੁੱਖ ਸ਼ਾਂਤੀ ਨਾ ਹੁੰਦੀ, ਨਹੀਂ ਹੁੰਦੀ ਭਜਨ ਬੰਦਗੀ, ਕੁਦਰਤੀ ਗੱਲ, ਬਿਮਾਰ ਜੋ ਨਹੀਂ ਹੁੰਦੀ, ਮੈਂ ਹਾਏ ਹਾਏ ਕਰਾਂਗਾ ਕਿ ਵਾਹਿਗੁਰੂ ਵਾਹਿਗੁਰੂ ਕਰਾਂਗਾ। ਅਗਰ ਤੁਸੀਂ ਭਜਨ ਬੰਦਗੀ ਕਰ ਰਹੇ ਤਾਂ ਤੁਸੀਂ ਤੰਦਰੁਸਤ ਹੋ, ਤੁਸੀਂ ਮਾਨਸਿਕ ਤੌਰ 'ਤੇ ਫ੍ਰੀ ਹੋ, ਤੁਹਾਡੀ ਆਰਥਿਕ ਹਾਲਤ ਅੱਛੀ ਹੈ, ਤੁਹਾਨੂੰ ਸਵੇਰ ਦੀ ਰੋਟੀ ਦੀ ਚਿੰਤਾ ਨਹੀਂ ਹੈ। ਜਿਨ੍ਹਾਂ ਨੂੰ ਸਵੇਰ ਦੀ ਰੋਟੀ ਦੀ ਚਿੰਤਾ ਹੈ, ਕਿੱਥੇ ਭਜਨ ਬੰਦਗੀ ਹੁੰਦੀ? ਸਾਰਾ ਦਿਨ ਦਿਹਾੜੀ ਕਰਕੇ ਥੱਕੇ ਟੁੱਟੇ ਆਏ ਹੁੰਦੇ ਨੇ, ਨਹਾ ਧੋ ਕੇ ਰੋਟੀ ਖਾਂਦੇ ਨੇ, ਸੌਂਦੇ ਨੇ, ਸਵੇਰੇ ਉੱਠ ਕੇ ਰੋਟੀ ਖਾ ਕੇ ਪਕਾ ਕੇ ਫਿਰ ਤੁਰ ਜਾਂਦੇ ਨੇ। ਉਹਨਾਂ ਕੋਲ ਭਜਨ ਬੰਦਗੀ ਟਾਈਮ ਹੀ ਨਹੀਂ। ਤੁਸੀਂ ਲੱਕੀ ਹੋ, ਤੁਸੀਂ ਖੁਸ਼ਕਿਸਮਤ ਹੋ ਕਿ ਤੁਹਾਨੂੰ ਭਜਨ ਬੰਦਗੀ ਲਈ ਟਾਈਮ ਮਿਲ ਰਿਹਾ ਹੈ। ਸੋ ਉਹਦਾ ਸ਼ੁਕਰ ਕਰਨਾ ਸੱਚੇ ਪਾਤਸ਼ਾਹ, ਤੇਰੀ ਕਿਰਪਾ ਹੈ, ਤੂੰ ਵੇਲ ਦਿੱਤੀ ਹੈ, ਤੂੰ ਅਮੀਰੀ ਦਿੱਤੀ ਹੈ, ਤੂੰ ਘਰ 'ਚ ਸੁੱਖ ਸ਼ਾਂਤੀ ਦਿੱਤੀ ਹੈ, ਤੂੰ ਮੈਨੂੰ ਤੰਦਰੁਸਤੀ ਦਿੱਤੀ ਹੈ, ਤੂੰ ਮੇਰੇ ਤੋਂ ਭਜਨ ਬੰਦਗੀ ਕਰਾ ਰਿਹਾ, ਤੇਰੀ ਬੜੀ ਕਿਰਪਾ, ਹੋਰ ਕਰਵਾ ਲੈ। ਹੁਣ ਮੈਂ ਛੱਡਣੀ ਹੈ, ਉਸ 'ਤੇ ਨਿਰਭਰ ਹੋਣਾ ਹੈ, ਉਹਦਾ ਧੰਨਵਾਦ ਕਰਨਾ, ਉਹਦਾ ਨਾਮ ਜਪਣਾ। ਪਰਮਾਤਮਾ ਨੂੰ ਭਗਤ ਵੱਛਲ ਕਿਹਾ, ਜਿਹੜਾ ਭਗਤੀ ਕਰਦਾ ਪਰਮਾਤਮਾ ਨੂੰ ਪਿਆਰ ਕਰਦਾ ਹੈ। ਅਤੇ ਜਿਹਨੂੰ ਰੱਬ ਪਿਆਰ ਕਰੇ ਉਹਨੂੰ ਦੱਸੋ ਹੋਰ ਕੀ ਚਾਹੀਦਾ। ਆਹ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਕਲਗੀਆਂ ਵਾਲਾ ਖੁਸ਼ ਹੈ, ਸੰਸਾਰ ਦਾ ਕਿਆ। ਇਹ ਨਹੀਂ ਕਿ ਸੰਸਾਰ ਰੁੱਸੇਗਾ ਤੁਹਾਡੇ, ਨਹੀਂ, ਸੰਸਾਰ ਵੀ ਤੁਹਾਡੇ ਨਾਲ ਹੋ ਜਾਏਗਾ। ਜੇ ਕਲਗੀਆਂ ਵਾਲਾ ਤੁਹਾਡੇ ਨਾਲ ਹੈ ਨਾ, ਸੰਸਾਰ ਨੇ ਆਪੇ ਤੁਹਾਡੇ ਨਾਲ ਹੋ ਜਾਣਾ ਹੈ। ਇਹ ਕਹਿਣ ਦੀ ਲੋੜ ਹੀ ਨਹੀਂ ਪੈਣੀ ਵੀ ਕਲਗੀ ਵਾਲਾ ਨਹੀਂ ਰੁੱਸਣਾ ਚਾਹੀਦਾ, ਸੰਸਾਰ ਭਾਵੇਂ ਰੁੱਝੇ। ਨਹੀਂ, ਜੇ ਕਲਗੀ ਵਾਲਾ ਨਹੀਂ ਨਾ ਰੁੱਸਦਾ, ਸੰਸਾਰ ਨੇ ਤਾਂ ਉਂਝ ਹੀ ਤੁਹਾਡਾ ਆਦਰ ਮਾਣ ਕਰਨਾ, ਆਦਰ ਮਾਣ ਕਰਨਾ। ਜਦੋਂ ਅਸੀਂ ਰੱਬ ਦੀ ਭਗਤੀ ਕਰਦੇ ਹਾਂ ਤਾਂ ਰੱਬ ਨੂੰ ਕਿਹਾ ਭਗਤ ਵੱਛਲ, ਉਹ ਭਗਤੀ ਨੂੰ ਪਿਆਰ ਕਰਦਾ ਹੈ। ਜਦ ਤੁਸੀਂ ਭਗਤੀ ਕਰਦੇ, ਰੱਬ ਤੁਹਾਨੂੰ ਪਿਆਰ ਕਰਦਾ ਹੈ। ਅਤੇ ਰੱਬ ਸਮਰੱਥ ਹੈ, ਉਹ ਆਪਣੇ ਪਿਆਰੇ ਨੂੰ ਕੀ ਨਹੀਂ ਦੇਗਾ। ਤੁਸੀਂ ਅਮੀਰ ਹੋ, ਤੁਹਾਡਾ ਰਿਸ਼ਤੇਦਾਰ ਤੁਹਾਨੂੰ ਇੱਕ ਬੜਾ ਪਿਆਰਾ ਲੱਗਦਾ ਹੈ, ਤੁਸੀਂ ਉਹਦੀ ਜ਼ਰੂਰ ਸਹਾਇਤਾ ਕਰੋ। ਦਾਤਾ ਨੇ ਅਮੀਰੀ ਦਿੱਤੀ ਹੈ, ਵਿਚਾਰਾ ਗਰੀਬ ਹੈ, ਇਹਦੀ ਮਦਦ ਕਰ ਦਿਓ, ਮਦਦ ਕਰ ਦਿਓ। ਇਸ ਕਰਕੇ ਦਾਤਾ ਕਹਿੰਦਾ, ਅੱਛਾ ਤੂੰ ਮੇਰੀ ਭਜਨ ਬੰਦਗੀ ਕਰਦੇ, ਲੈ ਯਾਰ ਤੇਰੇ ਕਾਰਜ ਸਵਾਰ ਦੇਣੇ, ਉਹ ਚੱਕ ਤੈਨੂੰ ਅਮੀਰ ਕਰ ਦੇਣੇ, ਕੀ ਯਾਦ ਰਹੇ, ਲੈ ਤੈਨੂੰ ਨੌਕਰੀ ਦੇ ਦਿੰਦੇ ਹਾਂ, ਲੈ ਤੇਰਾ ਰੁਜ਼ਗਾਰ ਵਧੀਆ ਚਲਾ ਦੇਣਾ, ਉਹ ਤੇਰੀ ਦੁਕਾਨ 'ਤੇ ਰੌਣਕਾਂ ਗਾਹਕਾਂ ਦੀ ਲਾ ਦੇਣਾ। ਕਿਆ ਬਾਤ ਹੈ, ਸਭ ਕੁਛ ਕਰ ਸਕਦਾ ਉਹ, ਬਸ ਉਹਦੀ ਭਜਨ ਬੰਦਗੀ ਕਰੀ ਜਾਣੀ। ਅੱਗੇ ਗੁਰੂ ਮਹਾਰਾਜ ਕਹਿੰਦੇ ਪੌੜੀ ਚਤੁਰਥ, ਇਹ ਤਾਂ ਚੌਥੀ ਥਿਤ ਹੈ, ਚਤੁਰਥ ਕਹਿੰਦੇ ਹਿੰਦੀ 'ਚ। ਚਤੁਰਥ ਚਾਰੇ ਵੇਦ ਸੁਣ, ਸੋਧਿਓ ਤਤ ਵਿਚਾਰ, ਸਰਬ ਖੇਮ ਕਲਿਆਣ ਨਿਧ, ਰਾਮ ਨਾਮ ਜਪ ਸਾਰ। ਕਹਿੰਦੇ ਚਾਰੇ ਵੇਦ ਸੁਣੇ, ਫਿਰ ਚੰਗੀ ਤਰ੍ਹਾਂ ਉਹਨਾਂ 'ਤੇ ਵਿਚਾਰ ਕੀਤੀ ਵੀ ਕੀ ਕਹਿੰਦੇ ਨੇ। ਆਪਾਂ ਬਾਣੀ ਦੇ ਵਿਚਾਰ ਹੀ ਕਰ ਰਹੇ ਨਾ ਵੀ ਗੁਰੂ ਮਹਾਰਾਜ ਕੀ ਕਹਿੰਦੇ। ਇੱਕ ਤਾਂ ਫਟਾਫਟ ਬਾਣੀ ਪੜ੍ਹੀ ਜਾਣਾ, ਉਹ ਕਈ ਵਾਰੀ ਦਿਮਾਗ 'ਚ ਨਹੀਂ ਗੱਲ ਬਹਿੰਦੀ। ਹੁਣ ਆਪਾਂ ਵਿਚਾਰ ਕਰ ਰਹੇ ਹਾਂ, ਕੋਈ ਨਾ ਕੋਈ ਵਿਚਾਰ ਤਾਂ ਦਿਮਾਗ 'ਚ ਬੈਠੂਗੀ। ਚਾਰੇ ਵੇਦ ਪੜ੍ਹੇ, ਚੰਗੀ ਤਰ੍ਹਾਂ ਸੋਧੇ ਪਾ, ਚੰਗੀ ਤਰ੍ਹਾਂ ਉਹਨਾਂ 'ਤੇ ਪੜ੍ਹੇ ਹੋ,
ਉਹਨਾਂ 'ਤੇ ਵਿਚਾਰ ਕੀਤੀ। ਤਤ ਵਿਚਾਰ ਕੀ ਨਿਕਲੀ? ਸਰਬ ਖੇਮ ਕਲਿਆਣ ਨਿਧ ਰਾਮ ਨਾਮ ਜਪ ਸਾਰ। ਕਹਿੰਦਾ ਪਰਮਾਤਮਾ ਦਾ ਨਾਮ ਜਪ ਸਾਰ ਹੁੰਦਾ, ਸਭ ਤੋਂ ਉੱਤਮ ਇਹ। ਇਹਦਾ ਤੈਨੂੰ ਕੀ ਮਿਲੂਗਾ? ਕਹਿੰਦੇ ਚਾਰੇ ਵੇਦਾਂ ਨੂੰ ਪੜ੍ਹ ਕੇ ਕੀ ਤੱਤ ਨਿਕਲਿਆ, ਕਿਸ ਨਤੀਜੇ 'ਤੇ ਪਹੁੰਚਿਆ ਕਿ ਪਰਮਾਤਮਾ ਦਾ ਨਾਮ ਜਪ, ਇਸੇ 'ਚ ਸਾਰੀ ਖੇਮ, ਸਾਰੀ ਖੁਸ਼ੀ ਹੈ, ਕਲਿਆਣ ਹੈ, ਇਸੇ 'ਚ ਭਲੀ ਹੈ, ਨਿਧ ਹੈ, ਇਸੇ 'ਚ ਧਨ ਦੌਲਤ ਹੈ। ਇਸੇ ਕਹਿੰਦੇ ਪਰਮਾਤਮਾ ਦਾ ਨਾਮ ਜਪ, ਇਸੇ 'ਚ ਸਭ ਕੁਛ ਹੈ। ਕਹਿੰਦਾ ਵੇਦਾਂ ਨੂੰ ਪੜ੍ਹ ਕੇ ਉਹਨਾਂ 'ਤੇ ਵਿਚਾਰ ਕਰ, ਮੈਂ ਇਸ ਨਤੀਜੇ 'ਤੇ ਪਹੁੰਚਿਆ ਕਿ ਪਰਮਾਤਮਾ ਦਾ ਨਾਮ ਸਭ ਤੋਂ ਉੱਤਮ ਹੈ ਅਤੇ ਪਰਮਾਤਮਾ ਦੇ ਨਾਮ ਜਪਣਾ ਸਰਬ ਖੇਮ, ਹਰ ਪ੍ਰਕਾਰ ਦੀ ਖੁਸ਼ੀ ਮਿਲਦੀ ਹੈ, ਕਲਿਆਣ ਭਲੇ ਨੂੰ ਕਹਿੰਦੇ ਨੇ, ਭਲਾ ਹੁੰਦਾ, ਨਿਧ 9 ਨਿਧੀਆਂ 18 ਸਿੱਧੀਆਂ ਸਭ ਪ੍ਰਾਪਤ ਹੋ ਜਾਂਦੀਆਂ ਹਨ। ਮੈਂ ਕਈ ਵਾਰ ਬੈਠਾ ਸੋਚਦਾ ਵੀ ਪ੍ਰਾਤਨ ਸਾਧੂਆਂ ਨੇ ਕਿਆ ਜ਼ਬਰਦਸਤ ਜਿਹੜਾ ਹੈ ਗੁਰਮੰਤਰ ਦੀ ਖੋਜ ਕੀਤੀ ਵੀ। ਨਹੀਂ ਤਾਂ ਪਰਮਾਤਮਾ ਦੇ ਗੁਣ ਕਿੰਨੇ ਬੇਅੰਤ ਗੁਣ ਨੇ, ਕਿਹੜੇ ਕਿਹੜੇ ਗੁਣਾਂ ਦੀ ਗਿਣਤੀ ਕਰਕੇ ਉਹਨਾਂ ਦੇ ਗੁਣ ਗਾਈਏ ਵੀ ਹੈ। ਉਹਨਾਂ ਨੇ ਐਸੀ ਖੋਜ ਕੀਤੀ ਵੀ ਤੁਸੀਂ ਗੁਰਮੰਤਰ ਦਾ ਜਾਪ ਕਰੋ, ਪਰਮਾਤਮਾ ਸਾਰੇ ਗੁਣ ਇਸ ਇੱਕ ਸ਼ਬਦ ਚੀਜ਼ ਵਿੱਚ। ਕਿੰਨੀ ਜ਼ਬਰਦਸਤ ਖੋਜ ਹੈ, ਲੰਮਾ ਚੌੜਾ ਨਹੀਂ ਹੈ, ਇੱਕ ਸ਼ਬਦ ਦੇ ਵਿੱਚ ਮੈਂ ਕਿਹਾ ਕਿੰਨੀ ਤਾਕਤ ਭਰੀ ਹੋਈ ਹੈ। ਪਰਮਾਤਮਾ ਜੋ ਸੰਸਾਰ ਦੀ ਸਭ ਤੋਂ ਵੱਡੀ ਸ਼ਕਤੀ ਹੈ, ਜਿਹਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲਦਾ, ਪਰਮਾਤਮਾ ਦੇ ਨਾਮ ਵਿੱਚ ਇੰਨੀ ਸ਼ਕਤੀ ਹੈ ਕਿ ਤੁਸੀਂ ਪਰਮਾਤਮਾ ਆਪਣੇ ਵੱਸ 'ਚ ਕਰ ਸਕਦੇ। ਵੱਸ ਆਇਆ ਫਿਰ ਛੋੜ ਨਾ ਜਾਏ। ਹਾਂ, ਨਾਮ 'ਚ ਇੰਨੀ ਤਾਕਤ ਹੈ ਵੀ ਸੰਸਾਰ ਦੀ ਐਡੀ ਵੱਡੀ ਸ਼ਕਤੀ ਨੂੰ ਤੁਸੀਂ ਆਪਣੇ ਵੱਸ 'ਚ ਕਰ ਰਹੇ ਕਿ ਸਧਾਰਨ ਜੀਵ ਐਡੀ ਵੱਡੀ ਸ਼ਕਤੀ ਨੂੰ ਵੱਸ 'ਚ ਕਰ ਸਕਦਾ ਹੈ। ਸਾਧਨ ਕੀ ਹੈ? ਆਹੀ ਗੁਰਮੰਤਰ ਹੈ ਬਸ। ਕਿਆ ਖੋਜ ਹੈ, ਕਿਆ ਕਾਢ ਹੈ। ਪੁਰਾਤਨ ਸਮੇਂ ਤੋਂ ਚੱਲ ਰਹੇ ਨੇ ਵੀ ਗੁਰੂ ਧਾਰਨ ਕਰਨਾ, ਅਤੇ ਗੁਰੂ ਕੀ ਦਿੰਦਾ? ਗੁਰਮੰਤਰ ਦਿੰਦਾ ਬਸ। ਇਹਦਾ ਜਾਪ ਕਰ। ਅੱਛਾ, ਕਿਸੇ ਨੂੰ ਰਾਮ ਦੇਤਾ, 2 ਅੱਖਰ 2 ਸ਼ਬਦ 2 ਅੱਖਰ ਹੀ ਨੇ ਨਾ। ਸਾਨੂੰ ਵਾਹਿਗੁਰੂ ਦੇਤਾ 4 ਹੀ ਸ਼ਬਦ ਅੱਖਰ ਨੇ ਨਾ। ਕਿੰਨੀ ਤਾਕਤ ਹੈ ਵੀ ਇਹਦੇ ਨਾਲ ਰੱਬ ਨੂੰ ਵੱਸ 'ਚ ਕੀਤਾ ਜਦ, ਬਾਕੀ ਤਾਂ ਗੱਲਾਂ ਹੀ ਛੱਡੋ। ਜਦੋਂ ਦਾਤਾ ਹੀ ਵੱਸ 'ਚ ਆ ਗਿਆ, ਦਾਤਾ ਤਾਂ ਆਪੇ ਹੀ ਮਿਲ ਜਾਣੀਆਂ ਨੇ। ਦਿਮਾਗ 'ਚ ਬਿਠਾਉਣ ਦੀ ਕੋਸ਼ਿਸ਼ ਕਰਨੀ ਹੈ। ਹਾਂ, ਕਈ ਵਾਰੀ ਨਾ ਮੈਂ ਕਹਿਣਾ ਨਹੀਂ ਚਾਹੁੰਦਾ, ਕਈ ਵਾਰੀ ਮੈਂ ਨਹੀਂ ਬੋਲ ਰਿਹਾ ਹੁੰਦਾ, ਮੇਰੇ ਵਿੱਚ ਕੁਝ ਬੋਲ ਰਿਹਾ ਹੁੰਦਾ, ਤਾਂ ਮੈਂ ਤੁਹਾਨੂੰ ਵਾਰੀ ਕਰਨਾ ਵੀ ਵਿਚਾਰ ਕਰਨੀ ਹੈ। ਦੇਖੋ, ਸਭ ਤੋਂ ਵੱਡੀ ਸ਼ਕਤੀ ਪਰਮਾਤਮਾ ਹੈ, ਜਿਹਨੇ ਖੰਡ ਬ੍ਰਹਿਮੰਡ ਪਤਾ ਨਹੀਂ ਕੀ ਕੁਛ ਬਣਾ ਦਿੱਤਾ ਹੈ, ਗਿਣਤੀ ਹੀ ਨਹੀਂ ਹੈ। ਐਡੀ ਵੱਡੀ ਸ਼ਕਤੀ ਨੂੰ ਇੱਕ ਸਾਡੇ ਵਰਗਾ ਸਧਾਰਨ ਬੰਦਾ ਹੈ ਜੀਵ ਵੱਸ 'ਚ ਕਰ ਸਕਦਾ ਹੈ। ਅਤੇ ਸਾਧਨ ਕੀ ਹੈ? ਉਹਦਾ ਨਾਮ ਜਪਣਾ ਬਸ। ਫਿਰ ਇਹ ਨਹੀਂ ਆਪਾਂ ਕਿ ਬੰਦੇ ਨੂੰ ਵੱਸ 'ਚ ਕਰ ਲਿਓ, ਸਾਡੇ ਤੋਂ ਛੁਡਾ ਵੀ ਸਕਦਾ, ਭੱਜ ਵੀ ਸਕਦਾ ਹੋ ਨਾ। ਵੱਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ। ਪਰਮਾਤਮਾ ਦੀ ਰੀਤ ਹੈ ਕਿ ਜਿਹੜਾ ਮੈਨੂੰ ਵੱਸ 'ਚ ਕਰ ਲੈ, ਮੈਨੂੰ ਛੱਡਾਂਗਾ ਨਹੀਂ, ਉਹਦੇ ਕੋਲ ਹੀ ਰਹਾਂਗਾ, ਉਹਦੇ ਕੰਮ ਕਰਾਂਗਾ। ਭਗਤ ਤਰਲੋਚਨ ਜੀ ਪੰਡਤ ਸਨ ਅਤੇ ਚਲੇ ਗਏ ਧੰਨਾ ਭਗਤ ਕੋਲ ਵੀ ਚੱਲ ਮਿਲ ਆਉਣੇ ਆ। ਕਹਿੰਦਾ ਧੰਨਿਆ, ਤੈਨੂੰ ਪਤਾ ਲੱਗਿਆ ਵੀ ਰੱਬ ਤੈਨੂੰ ਮਿਲ ਪਿਆ? ਕਹਿੰਦਾ ਉਹ ਵੇਖ, ਉਹ ਮੇਰਾ ਖੂਹ ਗੇੜ ਰਿਹਾ। ਉਹਨੂੰ ਦੱਸ, ਉਹਦੀ ਦ੍ਰਿਸ਼ਟੀ ਖੋਲ੍ਹੇ, ਕਹਿੰਦੇ ਉਹ ਖੂਹ ਗੇੜ ਰਿਹਾ, ਹੁਣ ਮੇਰਾ ਕਿਆਰਾ ਭਰ ਗਿਆ, ਇਹ ਉਹ ਕਹੀ ਲੈ ਕੇ ਨਾ ਨੱਕਾ ਮੋੜ ਰਿਹਾ, ਅਗਲੇ ਕਿਆਰੇ 'ਚ ਪਾਣੀ ਕਰ ਰਿਹਾ। ਐਂ ਫਿਰ ਪਰਮਾਤਮਾ ਤੰਨੇ ਭਗਤ ਦੀ ਥਾਂ 'ਤੇ ਉਹਦੇ ਕੰਮ ਕਰ ਰਿਹਾ। ਮੈਂ ਕਿਹਾ ਜਦ ਪੜ੍ਹੀ ਜਾਂਦਾ ਨਾ ਇਤਿਹਾਸ, ਮੈਂ ਬੈਠਾ ਸੋਚੀ ਜਾਂਦਾ, ਮੈਂ ਯਾਰ ਕਿਆ ਬਾਤ ਹੈ ਵੀ ਤੰਨਾ ਭਗਤ ਬੈਠਾ ਆਰਾਮ ਨਾਲ, ਅਤੇ ਰੱਬ ਉਹਦਾ ਕਦੇ ਖੂਹ ਗੇੜਦਾ, ਅਤੇ ਕਦੇ ਪਾਣੀ ਲਾਉਂਦਾ, ਅਤੇ ਕਦੇ ਕੁਛ ਕਰਦਾ, ਅਤੇ ਕਦੇ ਕੁਛ ਕਰਦਾ।
ਅਤੇ ਧੰਨੇ ਭਗਤ ਵੀ ਕਿੰਨਾ ਆਨੰਦ ਹੁੰਦਾ ਹੋਏਗਾ। ਹਾਂਜੀ, ਚਲੋ ਮੈਂ ਕੁਝ ਸਾਲ ਭਗਤ ਜੀ ਸੋਚ ਵੀ ਕੁਝ ਸਾਲ ਮਿਹਨਤ ਤੇ ਕੀਤੀ, ਪਰ ਦੇਖੋ ਫਲ ਕਿੰਨਾ ਤਗੜਾ, ਦੇਖ ਰਿਹਾ ਕਿ ਇਸ ਦਾ ਫਲ ਕਿੰਨਾ ਤਗੜਾ ਹੈ। ਮੈਂ ਕਹਿੰਦਾ ਹੋਰ ਕਿਸੇ ਕੰਮ ਦਾ ਇੰਨਾ ਫਲ ਨਹੀਂ ਮਿਲ ਸਕਦਾ ਜਿੰਨਾ ਨਾਮ ਜਪਣ ਦਾ ਫਲ ਮਿਲਦਾ ਹੈ। ਹੋਰ ਕਿਸੇ ਕੰਮ ਦਾ ਇੰਨਾ ਫਲ ਨਹੀਂ ਮਿਲ ਸਕਦਾ। ਨਾਮ ਐਸੀ ਚੀਜ਼, ਐਸੀ ਕਾਰਡ ਹੈ, ਐਸੀ ਚੀਜ਼ ਹੈ। ਔਰ ਗੁਰੂ ਮਹਾਰਾਜ ਥਾਂ 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 ਤੋਂ ਦੇ ਕਹਿੰਦੇ ਨੇ ਨਾਮ ਜਪੋ, ਨਾਮ ਜਪੋ, ਨਾਮ ਜਪੋ ਮੇਰੇ ਸਾਜਨ ਸੈਨ। ਊਠ ਤੇ ਬੈਠ ਤੇ ਹਰ ਭਜੋ, ਜਪੋ, ਨਾਮ ਜਪੋ। ਸਮਾਂ ਵਿਅਰਥ ਨਹੀਂ ਗਾਉਣਾ। ਪਤਾ ਨਹੀਂ ਮੁੜ ਮਨੁੱਖਾ ਜੀਵਨ ਮਿਲਣਾ ਕਿ ਨਹੀਂ ਮਿਲਣਾ। ਹੁਣ ਮਿਲਿਆ ਹੋਇਆ ਹੈ, ਇਹਦਾ ਵੱਧ ਤੋਂ ਵੱਧ ਲਾਭ ਉਠਾਉਣਾ। ਜਿੰਨਾ ਸਮਾਂ ਵੀ ਮਿਲੇ ਐਵੇਂ ਨਹੀਂ ਗਾਉਣਾ। ਅਖਬਾਰਾਂ 'ਤੇ ਘੰਟੇ ਘੰਟੇ ਨਹੀਂ ਲਾਉਣੇ ਹੈਗੇ। ਔਰ ਇਹਨਾਂ ਦੀ ਬਕਵਾਸ ਬਕੂਸ ਕੋਈ ਨਹੀਂ ਸੁਣਨੀ ਹੈਗੀ। ਇਹ ਤਾਂ ਸਾਰੀ ਸੁਰਗ ਬਣਾ ਦੇਣਗੇ ਪੰਜਾਬ ਨੂੰ। ਮੈਨੂੰ ਲਿਆਓ, ਮੈਂ ਸੁਰਗ ਬਣਾ ਦਾਂਗਾ। ਉਹ 1952 ਤੋਂ ਤਾਂ ਮੈਂ ਵੇਖ ਰਿਹਾ ਇਹ ਦਿਨੋਂ ਦਿਨ ਨਰਕ ਹੀ ਨਰਕ ਪੰਜਾਬ ਬਣਨਾ। ਮੈਨੂੰ ਤਾਂ ਸੁਰਗ ਕਿਤੇ ਬਣਦਾ ਦਿਖਦਾ ਨਹੀਂ ਹੈਗਾ। ਇਹਨਾਂ ਦੇ ਬਹੁਤਾ ਸਮਾਂ ਲਾਉਣ ਦੀ ਲੋੜ ਨਹੀਂ। ਆਪਣਾ ਭਜਨ ਬੰਦਗੀ ਕਰੇ ਜੋ। ਪਰਮਾਤਮਾ ਤੁਹਾਡੇ ਜੀਵਨ ਨੂੰ ਸੁਰਗ ਬਣਾ ਦੇਣੇ। ਦਫਾ ਹੋਵੇ ਪੰਜਾਬ, ਤੁਸੀਂ ਸਵਰਗ 'ਚ ਹੋ ਜਾਓਗੇ। ਠੀਕ ਹੈ। ਦੂਜਾ ਵਿਕਲਪ ਸਰਕਾਰ ਕਰੇ ਨਾ ਕਰੇ, ਪਰਮਾਤਮਾ ਨੇ ਤੁਹਾਨੂੰ ਸਵਰਗ 'ਚ ਲੈ ਆਉਣਾ। ਉਹਦਾ ਨਾਮ ਜਪੀ ਜਾਓ, ਤੁਹਾਡੇ ਲਈ ਪਰਮਾਤਮਾ ਸਵਰਗ ਪੈਦਾ ਕਰ ਦੇਵੇਗਾ। ਤੁਸੀਂ ਸੁਖੀ ਹੋ, ਤੁਸੀਂ ਅਮੀਰ ਹੋ, ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ, ਤੁਹਾਡੇ ਪਰਿਵਾਰ 'ਚ ਇਤਫਾਕ ਹੈ, ਸ਼ੁਭ ਗੁਣ ਨੇ ਤੁਹਾਡੇ। ਸਵਰਗੀ ਹੋਰ ਕੀ ਹੈ? ਸਵਰਗੀ ਘਰ 'ਚ ਰੋਜ਼ ਲੜਾਈ ਪੈਂਦੀ ਹੈ। ਘਰ ਭਾਵੇਂ ਕਿੰਨੇ ਤੁਸੀਂ ਅਮੀਰ ਹੋ ਜਾਓ, ਨਰਕ ਹੈ ਘਰ। ਸਾਡੇ ਘਰ ਹੀ ਨਰਕ ਅਤੇ ਸਵਰਗ ਹਨ। ਬਾਹਰੋਂ ਤਾਂ ਸਾਨੂੰ ਪਤਾ ਨਹੀਂ ਕਿਹੜਾ ਮਿਲਣਾ ਕਿ ਨਹੀਂ ਮਿਲਣਾ। ਅਸੀਂ ਆਪਣੇ ਘਰਾਂ ਨੂੰ ਹੀ, ਭਾਵੇਂ ਇੱਕ ਦਾ ਕਸੂਰ ਹੈ, ਬਾਕੀ ਤਿੰਨ ਜੀਵ ਵੀ ਦੁੱਖ ਭੋਗਦੇ ਰਹਿੰਦੇ ਨੇ ਇੱਕ ਭੈੜੇ ਬੰਦੇ ਕਾਰਨ। ਹਾਂਜੀ, ਸੋ ਪਰਮਾਤਮਾ ਨੇ ਹਾਲਾਤ ਹੀ ਸਾਰੇ ਬਦਲ ਦੇਣੇ। ਹਾਂਜੀ, ਇਸ ਲਈ ਉਹਦਾ ਨਾਮ ਜਪੀ ਜਾਈਦਾ, ਉਸ 'ਤੇ ਵਿਸ਼ਵਾਸ ਰੱਖੀਦਾ ਕਿ ਮੈਂ ਪਰਮਾਤਮਾ ਦਾ ਨਾਮ ਜਪਦਾ, ਹੁਣ ਮੈਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਚਿੰਤਾ ਤਿਸ ਹੀ ਹੈ, ਹੁਣ ਉਹਨੂੰ ਹੈ ਚਿੰਤਾ। ਹਾਂ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਚਿੰਤਾ ਤਾਂ ਉਹਨੂੰ ਹੋ ਜਾਏਗੀ ਮੇਰਾ ਨਾਮ ਜਪਦਾ ਹੈ, ਮੇਰਾ ਨਾਮ ਜਪਦਾ। ਹੁਣ ਚਿੰਤਾ ਉਹਨੂੰ ਹੋ ਜਾਊਗੀ ਇਹਦੀਆਂ ਲੋੜਾਂ ਪੂਰੀਆਂ ਕਰਨੀਆਂ। ਹਾਂ, ਉਹਨੂੰ ਚਿੰਤਾ ਹੋ ਜਾਂਦੀ ਹੈ। ਕਿੱਥੇ ਅਸੀਂ ਚਿੰਤਾ ਕਰਦੇ ਫਿਰਦੇ, ਕਿੱਥੇ ਰੱਬ ਨੂੰ ਸਾਡੀ ਚਿੰਤਾ ਹੋ ਜਾਣੀ। ਉਲਟਾ ਕਰਤਾ ਕਿ ਨਹੀਂ? ਨਾਮ ਦੇ ਵਿੱਚ ਤਾਕਤ ਦੇਖੋ ਕਿੰਨੀ। ਤੁਹਾਡੀ ਚਿੰਤਾ ਖਤਮ ਹੋ ਗਈ। ਤੁਸੀਂ ਨਾਮ ਜਪ ਜੇ ਰੱਬ ਨੂੰ ਆਪਣੀ ਚਿੰਤਾ ਲਾ ਤੇ ਤੂੰ ਸਾਡੀ ਚਿੰਤਾ ਕਰ। ਅਸੀਂ ਤਾਂ ਨਿਸ਼ਚਿੰਤ ਹੋ ਗਏ। ਕਹਿੰਦੇ ਹੈ ਰੱਬ ਜੀ, ਤੁਸੀਂ ਤਾਂ ਸਾਨੂੰ ਮੋਹ 'ਚ ਫਸਾਤਾ। ਠੀਕ ਹੈ, ਅਸੀਂ ਤਾਂ ਤੇਰਾ ਨਾਮ ਜਪ ਕੇ ਮੋਹ 'ਚੋਂ ਨਿਕਲ ਜਾਵਾਂਗੇ। ਅਸੀਂ ਤੈਨੂੰ ਪਿਆਰ ਨਾਲ ਫੜ ਲਿਆ। ਹੁਣ ਤੂੰ ਕਿੱਥੇ ਜਾਏਗਾ? ਹੁਣ ਤੂੰ ਕਿੱਥੇ ਜਾਏਗਾ? ਜਦੋਂ ਪੜ੍ਹੀ ਤਾਂ ਬਾਣੀ ਵਿਚਾਰ ਹੈ, ਕਹਿੰਦੇ ਵੀ ਕਿਆ ਬਾਤ ਹੈ। ਕਹਿੰਦੇ ਠੀਕ ਹੈ, ਤੂੰ ਸਾਨੂੰ ਮੋਹ 'ਚ ਬੰਨ੍ਹ ਰੱਖਿਆ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਅਸੀਂ ਤਾਂ ਤੇਰਾ ਨਾਮ ਜਪ ਕੇ ਇਸ ਮੋਹ ਤੋਂ ਛੁੱਟ ਜਾਵਾਂਗੇ। ਅਸੀਂ ਤੈਨੂੰ ਪ੍ਰੇਮ ਨਾਲ ਬੰਨ੍ਹ ਲਿਆ ਹੈ। ਹੁਣ ਤੂੰ ਦੱਸ, ਹੁਣ ਤੂੰ ਕਿਵੇਂ ਛੁੱਟੇਗਾ? ਪਿਆਰ 'ਚ ਇੰਨੀ ਤਾਕਤ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਗੁਰੂ ਮਹਾਰਾਜ ਕਹਿੰਦੇ ਨਰਕ ਨਿਵਾਰੈ ਦੁਖ ਹਰੈ, ਟੂਟੈ ਅਨਕ ਕਲੇਸ਼, ਮੀਚ ਹੁਟੈ ਜਮ ਤੇ ਛੁਟੈ, ਹਰ ਕੀਰਤਨ ਪ੍ਰਵੇਸ਼। ਕੀਰਤਨ ਪਾਪ ਸਿਫਤ ਸਲਾਹ। ਜਦੋਂ ਪਰਮਾਤਮਾ ਦੀ ਸਿਫਤ ਸਲਾਹ ਸਾਡੇ ਅੰਦਰ ਪ੍ਰਵੇਸ਼ ਕਰ ਜਾਵੇਗੀ, ਪਰਮਾਤਮਾ ਦੀ ਸਿਫਤ ਸਲਾਹ ਸਾਡੇ ਅੰਦਰ ਵਸ ਜਾਏਗੀ, ਫਿਰ ਕੀ ਹੋਏਗਾ? ਨਰਕ ਨਿਵਾਰ। ਇਹ ਸਿਫਤ ਸਲਾਹ ਸਾਡਾ ਨਰਕ ਹੀ ਦੂਰ ਕਰ ਦੇਣਾ। ਦੁੱਖ ਹਰੈ, ਦੁੱਖ ਨੂੰ ਦੂਰ ਕਰ ਦੇਣਾ। ਟੂਟੈ ਅਨਕ ਕਲੇਸ਼, ਤੇ ਜਿਹੜੇ ਕਲੇਸ਼ ਨੇ ਉਹਨਾਂ ਤੋਂ ਸਾਡਾ ਛੁਟਕਾਰਾ ਹੋ ਜਾਣਾ ਹੈ। ਮੀਚ, ਮੌਤ ਨੂੰ ਕਹਿੰਦੇ ਨੇ। ਮੀਚ ਹੁਟਾ, ਜਿਹੜੀ ਮੌਤ ਸਾਨੂੰ ਰੋਜ਼ ਡਰਾਉਂਦੀ ਰਹਿੰਦੀ ਕਿ ਤੁਸੀਂ ਮਰਨਾ ਜੇ, ਕਿਤੇ ਮਰਨਾ ਜੇ, ਉਹ ਵੀ ਹਾਰ ਜਾਏਗੀ। ਹਾਲਾਂਕਿ ਫਲਾਣਾ ਬੰਦਾ ਹਾਰ ਹੁੱਟ ਗਿਆ ਜੀ। ਸ਼ਬਦ ਨੇ ਕੋਈ ਕਿਸੇ ਜ਼ਬਾਨ ਦਾ ਹੈ, ਕੋਈ ਕਿਸੇ ਜ਼ਬਾਨ ਦਾ ਹੁੰਦਾ। ਕਈ ਵਾਰ ਆਪਾਂ ਦੇ ਬੜਾ ਕਮਜ਼ੋਰ ਹੋਏ, ਤੂੰ ਤਾਂ ਯਾਰ ਬਿਲਕੁਲ ਹੀ ਹਾਰ ਹੁੱਟ ਗਿਆ ਹੈ। ਹਾਂ, ਮੌਤ ਵੀ ਹਾਰ ਜਾਂਦੀ, ਉਹਦੀ ਪੇਸ਼ ਨਹੀਂ ਜਾਂਦੀ ਹੈਗੀ।
ਜਮ ਤੇ ਛੁਟੇ, ਜਮ ਤੋਂ ਛੁਟਕਾਰਾ ਹੋ ਜਾ, ਜਮ ਨੇ ਲੈਣ ਹੀ ਨਹੀਂ ਆਉਣਾ। ਕਰਨਾ ਕੀ ਹੈ? ਪ੍ਰਮਾਤਮਾ ਸਿਫਤ ਸਲਾਹ ਕਰਨੀ। ਕਰਨਾ ਕੀ ਹੈ? ਨਾਮ ਜਪਣੇ ਬਸ, ਨਾਮ ਜਪੀ ਜਾਣਾ ਬਸ। ਭਉ ਬਿਨਸੈ ਅੰਮ੍ਰਿਤ ਰਸੈ, ਰੰਗ ਰਤੇ ਨਿਰੰਕਾਰ, ਦੁੱਖ ਦਾਰਿਦ ਅਪਵਿੱਤਰਤਾ, ਨਾਸੈ ਨਾਮ ਆਧਾਰ। ਜਦੋਂ ਜ਼ਿੰਦਗੀ 'ਚ ਨਾਮ ਦਾ ਆਸਰਾ ਹੋ ਜਾਏਗਾ, ਇਹ ਜ਼ਿੰਦਗੀ ਨਾਮ ਦੇ ਆਸਰੇ ਚਲੇਗੀ, ਕੀ ਹੋਏਗਾ? ਦੁੱਖ ਖਤਮ ਹੋ ਜਾਣਗੇ। ਦਾਰਦ ਗਰੀਬੀ ਨੂੰ ਕਹਿੰਦੇ, ਗਰੀਬੀ ਖਤਮ ਹੋ ਜਾਏਗੀ। ਅਪਵਿੱਤਰ ਦਾ ਮਨ ਦੀ ਅਪਵਿੱਤਰਤਾ, ਜਿਹੜੇ ਮਨ 'ਚ ਮੈਲ ਲੱਗੀ ਉਹ ਖਤਮ ਹੋ ਜਾਏਗੀ। ਇਹ ਸਭ ਨਸ ਜਾਣਗੇ। ਹੋਰ ਕੀ ਹੋਏਗਾ? ਭਉ ਬਿਨਸੈ, ਡਰ ਖਤਮ ਹੋ ਜਾਏਗਾ। ਅੰਮ੍ਰਿਤ ਰਸ ਹੈ, ਅੰਦਰ ਨਾਮ ਰਸ 'ਚ ਹੋਵੇਗਾ, ਨਾਮ ਰਸ ਆਏਗਾ। ਰੰਗ ਰਤੇ ਨਿਰੰਕਾਰ, ਅਤੇ ਪਰਮਾਤਮਾ ਦੇ ਰੰਗ 'ਚ ਰੰਗਿਆ ਜਾਏਗਾ ਬੰਦਾ। ਰੱਬ ਨਾਲ ਪਿਆਰ ਪੈਦਾ ਹੋ ਜਾਏਗਾ ਜਿਉਂ ਜਿਉਂ ਅਸੀਂ ਨਾਮ ਜਪੀ ਜਾਵਾਂਗੇ। ਕਿੰਨੇ ਫਾਇਦੇ ਹਨ। ਸੁਰ ਨਰ ਮੁਣ ਜਨ ਖੋਜ ਤੇ, ਸੁਖ ਸਾਗਰ ਗੋਪਾਲ, ਮਨ ਨਿਰਮਲ ਮੁਖ ਉਜਲਾ, ਹੋਏ ਨਾਨਕ ਸਾਧਰ ਵਾਲ। ਸੁਰ ਦੇਵਤੇ, ਨਰ ਮਨੁੱਖ, ਮੁਨ ਮੁਨੀ ਰਿਸ਼ੀ ਮੁਨੀ, ਜਨ ਪਰਮਾਤਮਾ ਦੇ ਭਗਤ, ਖੋਜ ਤੇ ਖੋਜਦੇ ਰਹੇ ਨੇ। ਸੁਖ ਸਾਗਰ ਗੋਪਾਲ, ਪਰਮਾਤਮਾ ਜੋ ਸੁੱਖਾਂ ਦਾ ਸਾਗਰ ਹੈ, ਉਸ ਨੂੰ ਦੇਵਤੇ, ਉਸ ਨੂੰ ਮਨੁੱਖ, ਉਸ ਨੂੰ ਰਿਸ਼ੀ ਮੁਨੀ ਸਾਰੇ ਖੋਜਦੇ ਰਹੇ। ਮਨ ਨਿਰਮਲ ਮੁਖ ਉਜਲਾ, ਹੋਏ ਨਾਨਕ ਸਾਧਰ ਵਾਲ। ਜਦੋਂ ਮਨੁੱਖ ਸਤਿਗੁਰੂ ਦੀ ਚਰਨ ਧੂੜ ਹੋ ਜਾਏਗਾ ਨਾ, ਇਹਦਾ ਮਨ ਨਿਰਮਲ ਹੋ ਜਾਏਗਾ, ਇਹਦਾ ਮੁਖ ਉਜਲਾ ਹੋ ਜਾਏਗਾ। ਚਰਨ ਧੂੜ ਦਾ ਮਤਲਬ ਨਿਮਰਤਾ ਧਾਰਨ ਕਰਨਾ, ਨਿਮਰਤਾ ਸਹਿਤ ਗੁਰੂ ਦੀ ਸੇਵਾ ਕਰਨਾ, ਨਿਮਰਤਾ ਸਹਿਤ ਗੁਰੂ ਦੇ ਹੁਕਮ ਨੂੰ ਮੰਨਣਾ। ਇਹ ਚਰਨ ਧੂੜ ਨੇ। ਰਵਾਲ ਚਰਨ ਧੂੜ ਨੂੰ ਕਹਿੰਦੇ ਨੇ। ਅੱਗੇ ਕਹਿੰਦੇ ਸ਼ਲੋਕ, ਪੰਜ ਵਿਕਾਰ ਮਨ ਮੈਂ ਬਸੇ, ਰਾਚੇ ਮਾਇਆ ਸੰਗ, ਸਾਧ ਸੰਗ ਹੋਏ ਨਿਰਮਲਾ, ਨਾਨਕ ਪ੍ਰਭ ਕੈ ਰੰਗ। ਕਹਿੰਦੇ ਮਾਇਆ ਨਾਲ ਸੰਗਤ ਕਰਨ ਨਾਲ, ਰਾਚੇ ਮਾਇਆ ਸੰਗ, ਮਾਇਆ ਦੇ ਵਿੱਚ ਰਚ ਵਿੱਚ ਗਏ ਨੇ, ਮਾਇਆ ਨੂੰ ਆਪਣਾ ਸਭ ਕੁਛ ਬਣਾ ਲਿਆ ਹੈ। ਫਿਰ ਕੀ ਨਤੀਜਾ ਕੀ ਨਿਕਲਿਆ? ਪੰਜ ਵਿਕਾਰ ਮਨ ਮੈਂ ਬਸੇ, ਪੰਜੇ ਬੁਰਾਈਆਂ ਮਨ 'ਚ ਵਸ ਗਈਆਂ। ਮਾਇਆ ਨੂੰ ਪ੍ਰੇਮ ਕਰਨ ਕਾਰਨ, ਭਾਵ ਪਰਮਾਤਮਾ ਨੂੰ ਛੱਡ ਕੇ ਪਰਮਾਤਮਾ ਦੀ ਬਣਾਈਆਂ ਹੋਈਆਂ ਚੀਜ਼ਾਂ ਨੂੰ ਨਾਲ ਮੋਹ ਕਰਨ ਨਾਲ, ਇਹ ਪੰਜੇ ਦੇ ਪੰਜੇ ਬੁਰਾਈਆਂ ਮਨੁੱਖ 'ਚ ਆ ਜਾਂਦੀਆਂ ਹਨ। ਹੁਣ ਕੀਤਾ ਕੀ ਜਾਏ? ਸਾਧ ਸੰਗ ਹੋਏ ਨਿਰਮਲਾ, ਨਾਨਕ ਪ੍ਰਭ ਕੈ ਰੰਗ। ਜਦੋਂ ਇਹ ਗੁਰੂ ਦੀ ਸੰਗਤ ਕਰੇਗਾ, ਪਰਮਾਤਮਾ ਦੇ ਨਾਮ ਦਾ ਰੰਗ ਇਸ 'ਤੇ ਚੜ੍ਹੇਗਾ, ਇਹ ਨਿਰਮਲ ਹੋ ਜਾਏਗਾ। ਇਹ ਪੰਜੇ ਬੁਰਾਈਆਂ ਇਹਦੇ ਅੰਦਰੋਂ ਖਤਮ ਹੋ ਜਾਣਗੀਆਂ। ਇਹਦਾ ਮਨ ਸ਼ੁੱਧ ਅਤੇ ਪਵਿੱਤਰ ਹੋ ਜਾਵੇਗਾ। ਪੌੜੀ ਪੰਚਮ ਪੰਚ ਪ੍ਰਧਾਨ ਤੇ। ਹੁਣ ਪੰਜਵੀਂ ਜਿਹੜੇ ਥਿਤ ਆ ਗਈ ਹੈ। ਪੰਚਮ ਪੰਚ ਪ੍ਰਧਾਨ ਤੇ, ਜਿਹ ਜਪ ਜੇ ਜਾਣਿਓ ਪ੍ਰਪੰਚ, ਕੁਸਮ ਬਾਸ ਬਹੁ ਰੰਗ ਘੜੋਂ, ਸਭ ਮਿਥਿਆ ਬਲਵੰਚ। ਪੰਚ ਕੌਣ ਹੈ? ਸੰਤ ਕੌਣ ਹੈ? ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇਂ ਦਰਗਾਹ ਮਾਨ। ਪੰਚ ਕੌਣ ਬਣਦਾ? ਜਿਹਨੇ ਸੁਣ ਕੇ ਮੰਨਿਆ, ਜਿਨ੍ਹਾਂ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੰਨ ਲਿਆ, ਇੱਕ ਦਿਨ ਉਹ ਪੰਚ ਹੋ ਜਾਂਦੇ, ਇੱਕ ਦਿਨ ਉਹ ਸੰਤ ਹੋ ਜਾਂਦੇ, ਮਹਾਂਪੁਰਖ ਹੋ ਜਾਂਦੇ। ਗੁਰਬਾਣੀ 'ਚ ਪੰਚ ਲਿਖਿਆ ਹੈ। ਇਹ ਜਿਹੜਾ ਹੈ ਪਿੰਡ ਦੀ ਪੰਚਾਇਤ ਦੇ ਮੈਂਬਰ ਨਹੀਂ। ਕੋਈ ਸਮਾਂ ਸੀ ਉਹਨਾਂ ਨੂੰ ਪੰਚ ਕਹਿੰਦੇ ਹੁੰਦੇ ਸਨ। ਪਿੰਡ 'ਚ ਕੋਈ ਝਗੜਾ ਹੋਣਾ, ਉਹ ਸਹੀ ਫੈਸਲਾ ਕਰਿਆ ਕਰਦੇ ਸਨ। ਹੁਣ ਤਾਂ ਗੱਲ ਹੀ ਹੋਰ ਹੋ ਗਈ। ਹੁਣ ਨਹੀਂ ਇਹ ਪੰਚ ਰਹੇ, ਪਰ ਹਾਂ ਉਂਝ ਹੈ ਕਿ ਮੈਂਬਰ ਹੋ ਗਏ ਨੇ। ਹੁਣ ਇੰਗਲਿਸ਼ ਕਹਿੰਦੇ ਮੈਂਬਰ ਹੈ, ਪੰਚਾਇਤ ਦਾ ਮੈਂਬਰ ਹੈ ਜੀ। ਚੰਗਾ ਹੋਇਆ ਪੰਚ ਛੱਡਤਾ ਹੁਣ, ਪਰ ਸਾਰ ਪੰਚ ਤਾਂ ਅਜੇ ਵੀ ਹੈ ਨਾ। ਚਲੋ ਖੈਰ, ਗੁਰੂ ਮਹਾਰਾਜ ਕਹਿੰਦੇ ਜਦੋਂ ਪੰਚਮ ਪੰਚ ਪ੍ਰਧਾਨ ਤੇ ਜੇ ਜਾਣਿਓ ਪ੍ਰਪੰਚ, ਜਿਹੜਾ ਸੰਸਾਰ ਦੀ ਅਸਲੀਅਤ ਨੂੰ ਸਮਝ ਗਿਆ ਨਾ, ਪ੍ਰਪੰਚ ਸੰਸਾਰ ਨੂੰ ਕਹਿੰਦੇ,
ਜਿਹੜਾ ਸੰਸਾਰ ਦੀ ਅਸਲੀਅਤ ਨੂੰ ਸਮਝ ਜਾਏਗਾ ਨਾ, ਸਮਝੋ ਮਹਾਂਪੁਰਖ ਹੋ ਗਿਆ ਹੈ, ਉਹ ਸੰਤ ਹੋ ਗਿਆ। ਵੀ ਉਹ ਕੀ ਸਮਝਦਾ ਅਸਲੀਅਤ? ਵੀ ਤੇ ਨਾਸ਼ਵਨ ਹੈ। ਇਹ ਸਾਰਾ ਦਿਸਦਾ ਸੰਸਾਰ ਨਾਸ਼ਵਨ ਹੈ। ਦਿਸਦੇ ਸੰਸਾਰ 'ਚ ਕੁਝ ਵੀ ਤੇਰੇ ਨਾਲ ਨਹੀਂ ਜਾਣਾ। ਤੇ ਨਾਲ ਕੀ ਜਾਣੇ? ਉਹਨੂੰ ਗਿਆਨ ਹੋ ਗਿਆ, ਨਾਲ ਜਾਣਾ ਪਰਮਾਤਮਾ ਦਾ ਨਾਮ। ਜਦੋਂ ਗਿਆਨ ਹੋ ਗਿਆ ਹੈ, ਫਿਰ ਇਸ ਗਿਆਨ ਅਨੁਸਾਰ ਉਹ ਕਰਮ ਕਰੇਗਾ ਤੇ ਇੱਕ ਦਿਨ ਸੰਤ ਬਣ ਜਾਏਗਾ, ਇੱਕ ਦਿਨ ਪੰਚ ਬਣ ਜਾਏਗਾ, ਇੱਕ ਦਿਨ ਪ੍ਰਧਾਨ ਹੋ ਜਾਏਗਾ। ਕੁਸਮ ਫੁੱਲ ਨੂੰ ਕਹਿੰਦੇ ਨੇ, ਕੁਸਮ ਬਾਸ ਬਹੁਤ ਰੰਗ ਕਣੂ। ਕਈ ਫੁੱਲਾਂ ਦਾ ਨਾ ਬੜਾ ਗੂੜਾ ਰੰਗ ਹੁੰਦਾ, ਬੜੀ ਖੁਸ਼ਬੂ ਹੁੰਦੀ ਹੈ। ਸਭ ਮਿੱਥਿਆ ਬਲਵੰਜ, ਪਰ ਉਹ ਖੁਸ਼ਬੂ ਜਦ ਫੁੱਲ ਮੁਰਝਾ ਗਿਆ, ਖੁਸ਼ਬੂ ਖਤਮ, ਸਦਾ ਨਹੀਂ ਹੈ। ਮਨੁੱਖ ਚਾਹੁੰਦਾ ਜੋ ਮੇਰੇ ਕੋਲ ਹੋਵੇ ਸਦਾ ਲਈ ਹੋਵੇ, ਉਹ ਹੁੰਦਾ ਨਹੀਂ, ਉਹ ਹੁੰਦਾ ਨਹੀਂ। ਫਿਰ ਦੁੱਖ ਹੁੰਦਾ, ਕਿਉਂਕਿ ਸੰਸਾਰ 'ਚ ਕੁਝ ਵੀ ਸਦੀਵੀ ਨਹੀਂ ਹੈ, ਕੁਝ ਵੀ ਸਦੀਵੀ ਨਹੀਂ। ਸੰਸਾਰ 'ਚ ਸਮੇਂ ਸਮੇਂ ਹਰ ਇੱਕ ਚੀਜ਼ ਬਦਲ ਰਹੀ ਹੈ, ਹਰ ਇੱਕ ਚੀਜ਼ ਬਦਲ ਰਹੀ ਹੈ। ਕਦੇ ਅਸੀਂ ਬੱਚੇ ਸੀ, ਫਿਰ ਜਵਾਨ ਹੋਏ, ਫਿਰ ਸਾਡੇ ਵਰਗੇ ਬੁੱਢੇ ਹੋ ਗਏ। ਇੱਕ ਸਾਰ ਤੇ ਰਹਿਣਾ ਰਹੇ। ਕੌਣ ਬੁੱਢਾ ਹੋਣਾ ਚਾਹੁੰਦਾ? ਹਰ ਜਵਾਨ ਰਹਿਣਾ ਚਾਹੁੰਦਾ, ਪਰ ਨਹੀਂ ਹੋਊਗਾ, ਕਿਉਂਕਿ ਸੰਸਾਰ ਦੀ ਹਰ ਇੱਕ ਚੀਜ਼ ਸਮਾਂ ਪਾ ਕੇ ਬਦਲਦੀ ਰਹਿੰਦੀ ਹੈ। ਇਸ ਕਰਕੇ ਕਹਿੰਦੇ ਫੁੱਲ ਦੀ ਵਾਸ਼ਨਾ, ਫੁੱਲ ਦਾ ਰੰਗ ਸਭ ਮਿੱਥਿਆ, ਸਭ ਝੂਠਾ ਹੈ, ਬਲਵੰਚ ਹੈ, ਸਭ ਠੱਗੀ ਠੋਰੀ ਹੈ। ਇਹ ਮਨ ਨੂੰ ਧੋਖਾ ਦੇਣ ਵਾਲੇ ਸਭ ਕੁਛ ਹੈ। ਨਾ ਜਾਪੈ ਨਾ ਬੂਝੀਐ, ਨਾ ਕਛ ਕਰਤ ਵਿਚਾਰ, ਸਵਾਦ ਮੋਹ ਰਸ ਬੇਦਿਓ, ਅਗਿਆਨ ਰਚਿਓ ਸੰਸਾਰ। ਇਹ ਸੰਸਾਰ, ਸਾਰਾ ਸੰਸਾਰ ਅਗਿਆਨਤਾ 'ਚ ਲੱਗਾ ਹੋਇਆ। ਇਹ ਕਦੇ ਇੰਦਰੀਆਂ ਦੇ ਸਵਾਦ 'ਚ ਲੱਗਾ ਹੋਇਆ, ਇਹ ਪਦਾਰਥਾਂ ਦੇ ਮੋਹ ਵਿੱਚ ਹੈ, ਇਹ ਜੀਵ ਦੇ ਰਸਾਂ 'ਚ ਲੱਗਾ ਹੋਇਆ ਹੈ। ਇਹ ਅਗਿਆਨੀ ਹੈ, ਇਹਨੂੰ ਕੁਝ ਗਿਆਨ ਨਹੀਂ ਹੈ, ਇਹਨੂੰ ਕੋਈ ਸੋਝੀ ਨਹੀਂ ਹੈ, ਇਹ ਕੋਈ ਕਰਤੱਵ, ਕੋਈ ਵਿਚਾਰ ਨਹੀਂ ਕਰਦਾ ਹੈ। ਜੇ ਆਪਾਂ ਜੋ ਵੀ ਕਰਮ ਕਰ ਲੱਗੀਏ, ਜੇ ਪਹਿਲਾਂ ਉਸ 'ਤੇ ਵਿਚਾਰ ਕਰ ਲਈਏ ਤਾਂ ਕੀ ਨਤੀਜਾ ਨਿਕਲੇਗਾ? ਬੇਅੰਤ ਕਰਮਾਂ 'ਤੇ ਰੁਕ ਜਾਵਾਂਗੇ ਅਸੀਂ। ਪਰ ਸਾਡੀ ਤੇ ਆਦਤ ਹੈ ਕਰਨ ਤੋਂ ਬਾਅਦ ਵਿਚਾਰ ਆਉਂਦਾ, ਉਹ ਆਹ ਨਹੀਂ ਸੀ ਕਰਨਾ ਚਾਹੀਦਾ, ਉਹ ਤਾਂ ਹੋ ਗਿਆ। ਹੁਣ ਕਰਮ ਤੇ ਹੋ ਗਿਆ, ਹੁਣ ਹੋ ਗਿਆ, ਭੋਗੋ ਬਸ। ਕਈ ਵਾਰੀ ਬੰਦਾ ਦੂਜੇ ਨੂੰ ਮਾਰਨ ਨਹੀਂ ਜਾਂਦਾ, ਤੂੰ ਮੈਂ ਤੋਂ ਅਚਾਨਕ ਲੱਗ ਗਈ, ਉਹ ਵਰ ਗਿਆ। ਹੁਣ ਭੋਗਣਾ ਤੇ ਪੈਣਾ। 302 ਦਾ ਤਾਂ ਮੁਕੱਦਮਾ ਚੱਲੂਗਾ। ਬਾਅਦ 'ਚ ਹੋ ਸਕਦਾ ਜੱਜ ਨੂੰ ਸਮਝ ਆ ਜਾਏ ਕਿ ਇਹ ਇਰਾਦਾ ਕਤਲ ਨਹੀਂ ਹੈ, ਇਹ ਵੈਸੇ ਹੋ ਗਿਆ। ਉਹ ਫਿਰ 302 ਨੂੰ 307 ਪੈ ਕੇ 200 ਕੀ ਹੁੰਦਾ, ਉਹ 'ਚ ਬਦਲ ਦਿੰਦਾ, ਕੁਛ ਬਦਲ ਦਿੰਦਾ, ਥੋੜ੍ਹੀ ਸਜ਼ਾ ਉਹਦੀ ਘੱਟ ਜਾਂਦੀ ਹੈ। ਪਰ ਹੋ ਗਿਆ ਨਾ ਹੁਣ ਕਰਮ। ਇਸ ਕਹਿੰਦੇ ਇਹ ਮਨੁੱਖ ਅਗਿਆਨੀ ਹੈ, ਇਹ ਕੁਝ ਬੁੱਝਦਾ ਹੀ ਨਹੀਂ ਹੈ, ਇਹਨੂੰ ਕੋਈ ਪਤਾ ਹੀ ਨਹੀਂ ਲੱਗਦਾ, ਇਹ ਵਿਚਾਰ ਹੀ ਨਹੀਂ ਕਰਦਾ, ਇਹ ਤਾਂ ਸਵਾਦਾਂ ਦੇ ਲੱਗਾ ਹੋਇਆ ਹੈ, ਇਹ ਤਾਂ ਮੋਹ ਵਿੱਚ ਹੈ, ਇਹ ਤਾਂ ਰਸਾਂ ਨੂੰ ਮਾਣ ਰਿਹਾ ਹੈ, ਅਤੇ ਇਹ ਤਾਂ ਅਗਿਆਨਤਾ 'ਚ ਸਾਰਾ ਸੰਸਾਰ ਹੈ। ਜਨਮ ਮਰਨ ਬਹੁ ਜੋਨ ਭ੍ਰਮਣ, ਕੀਨੇ ਕਰਮ ਅਨੇਕ। ਕਦੇ ਕਦੇ ਜੰਮਦਾ ਹੈ, ਕਦੇ ਮਰਦਾ ਹੈ, ਬੜੀਆਂ ਜੂਨੀਆਂ 'ਚ ਭਟਕਦਾ ਹੈ, ਕਦੇ ਕਿਸੇ ਜੂਨੀ, ਕਦੇ ਕਿਸੇ, ਬੜੇ ਹੀ ਕਰਮ ਕਰਦਾ ਹੈ। ਰਚਨਹਾਰ ਨਾ ਸਿਮਰਿਓ, ਮਨ ਨਾ ਵਿਚਾਰ ਵਿਵੇਕ। ਮਨ 'ਚ ਕਦੇ ਖਿਆਲ ਹੀ ਨਹੀਂ ਆਇਆ ਕਿ ਪਰਮਾਤਮਾ ਦਾ ਸਿਮਰਨ ਕਰਨਾ, ਸਿਮਰਨ ਹੀ ਨਹੀਂ ਕਦੇ ਕਰਦਾ। ਆਹ ਹੋਰ ਕੰਮਾਂ 'ਚ ਲੱਗਾ ਹੋਇਆ ਹੈ। ਰਚਨਹਾਰ ਜੋ ਪਰਮਾਤਮਾ ਸਾਹਿਬ ਨੂੰ ਬਣਾਉਣ ਵਾਲਾ ਹੈ, ਨਾ ਸਿਮਰਿਓ, ਉਹਦਾ ਸਿਮਰਨ ਨਹੀਂ ਕਰਦਾ ਹੈ। ਮਨ ਨਾ ਵਿਚਾਰ ਵਿਵੇਕ, ਮਨ 'ਚ ਵਿਵੇਕ ਬੁੱਧੀ ਨਹੀਂ ਹੈ। ਕੀ ਠੀਕ ਹੈ ਅਤੇ ਕੀ ਗਲਤ ਹੈ ਇਹ ਨਿਰਣਾ ਹੀ ਨਹੀਂ ਕਰ ਸਕਦਾ। ਉਹਨੂੰ ਇਹ ਵਿਵੇਕ ਬੁੱਧੀ ਨਹੀਂ ਮਿਲੀ ਹੋਈ ਜਿਹੜੀ ਇਹ ਨਿਰਣਾ ਕਰ ਸਕੇ ਕਿ ਜੋ ਕਰ ਰਿਹਾ ਕੀ ਠੀਕ ਹੈ ਕਿ ਗਲਤ ਹੈ। 80% ਲੋਕਾਂ ਨੂੰ ਘੱਟ ਤੋਂ ਘੱਟ ਨਹੀਂ ਪਤਾ ਕਿ ਜੋ ਕਰ ਰਹੇ ਠੀਕ ਹੈ ਕਿ ਗਲਤ, ਨਾ ਕਰ ਰਹੇ ਨੇ ਬਸ।
ਉਹ ਗਲਤ ਨੂੰ ਠੀਕ ਸਮਝ ਕੇ ਕਰ ਰਹੇ ਹਨ। ਜੇ ਪਤਾ ਕਰਨਾ ਠੀਕ ਹੈ ਗਲਤ ਹੈ, ਫਿਰ ਗੁਰਬਾਣੀ ਨੂੰ ਕਸਵੱਟੀ ਬਣਾ ਲਓ, ਗੁਰਬਾਣੀ 'ਤੇ ਪਰਖੀ ਜਾਓ, ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਾਰੀ ਉਮਰ ਜੇ ਕਰਦੇ ਰਹੇ ਗਲਤ ਕਰਦੇ ਰਹੇ। ਜੇ ਗੁਰਬਾਣੀ ਦੀ ਕਸਵੱਟੀ 'ਤੇ ਪਰਖਾਂਗੇ ਨਾ ਆਪਣੇ ਕਰਮਾਂ ਨੂੰ, ਫਿਰ ਪਤਾ ਲੱਗੂ ਵੀ ਉਹ ਵੀ ਗਲਤ ਕਰਦੇ ਰਹੇ। ਜਿਨ੍ਹਾਂ ਜੇ ਸੰਥਿਆ ਨਹੀਂ ਸੀ ਲਈ ਪੀਂਦੇ ਰਹੇ, ਜਦੋਂ ਸੰਥਿਆ ਲੈ ਲਈ, ਕਥਾ ਸੁਣੀ, ਗਿਆਨ ਹੋ ਗਿਆ, ਵਿਵੇਕ ਬੁੱਧ ਅੰਦਰ ਪੈਦਾ ਹੋ ਗਈ, ਛੱਡਤੀ। ਪਹਿਲੇ ਠੀਕ ਸੀ, ਪਹਿਲਾਂ ਸਾਡੇ ਵਰਗੇ ਨੂੰ ਘਾਹ ਖਾਣੇ, ਦਾਲ ਪੀਣੇ, ਭਾਵੇਂ ਹੱਸ ਕੇ ਕਹਿੰਦੇ ਸਨ, ਪਰ ਜਿਹੜਾ ਹਾਸੇ ਵਿੱਚ ਵੀ ਕਿਹਾ ਜਾਂਦਾ ਉਹ ਹੁੰਦਾ ਸੱਚ ਹੀ ਹੈ। ਕੌੜਾ ਨਾ ਲੱਗੇ ਇਸ ਲਈ ਅਸੀਂ ਹੱਸ ਕੇ ਕਹਿ ਦਿੰਦੇ ਹਾਂ। ਜੇ ਸਿੱਧੇ ਕਹਿੰਦੇ ਆਓ ਦਾਲ ਪੀਣੇ ਹੋ, ਆਓ ਘਾਹ ਖਾਣੇ ਹੋ, ਫਿਰ ਆਓ ਜੀ ਦਾਲ ਪੀਣੇ ਹੋ, ਆਓ ਜੀ ਘਾਹ ਖਾਣੇ, ਬੈਠੋ ਬੈਠੋ ਬੈਠੋ। ਉਦੋਂ ਅਸੀਂ ਘਾਹ, ਜਦੋਂ ਫਿਰ ਉਹ ਘਾਹ ਖਾਣ ਲੱਗ ਪਏ, ਦਾਲ ਪੀਣ ਲੱਗ ਪਏ, ਮੈਂ ਹੁਣ ਤੁਸੀਂ ਕਿਉਂ ਲੱਗ ਗਏ ਹੋ ਬਈ, ਹੁਣ ਤੁਸੀਂ ਕਿਉਂ ਲੱਗ ਗਏ ਹੋ? ਪਹਿਲਾਂ ਸਾਨੂੰ ਮਖੌਲ ਕਰਦੇ ਸੀ, ਕਿਉਂ? ਪਹਿਲਾਂ ਵਿਵੇਕ ਬੁੱਧ ਨਹੀਂ ਸੀ। ਗੁਰੂ ਕੋਲੇ ਵਿਵੇਕ ਬੁੱਧ ਹੈ, ਉਹਨਾਂ ਨੇ ਨਿਰਣੇ ਕਰਤੇ ਬਾਣੀ 'ਚ, ਆਹ ਤੇਰੇ ਲਈ ਠੀਕ ਹੈ, ਆਹ ਤੇਰੇ ਲਈ ਗਲਤ ਹੈ। ਅਸੀਂ ਮੰਨੀਏ ਨਾ ਮੰਨੀਏ ਗੱਲ ਵੱਖਰੀ ਹੈ। ਸਾਡੇ ਇੱਧਰ ਵਿਵੇਕ ਬੁੱਧ ਨਹੀਂ ਹੈ। ਗੁਰੂ ਮਹਾਰਾਜ ਬ੍ਰਹਮ ਗਿਆਨੀ ਜਿਹੜਾ ਹੁੰਦਾ ਉਹਦੇ ਰੱਬੀ ਮੱਤ ਹੁੰਦੀ ਹੈ। ਰੱਬੀ ਮੱਤ ਹੀ ਵਿਵੇਕ ਬੁੱਧ ਹੁੰਦੀ ਹੈ। ਗੁਰੂ 'ਚ ਰੱਬੀ ਮੱਤ ਹੁੰਦੀ ਹੈ। ਅਤੇ ਰੱਬ ਨੇ ਆਹ ਦੱਸਿਆ ਵੀ ਬੰਦਿਆ ਆਹ ਤੇਰੇ ਲਈ ਠੀਕ ਹੈ, ਆਹ ਤੇਰੇ ਲਈ ਗਲਤ ਹੈ। ਜੇ ਠੀਕ ਕਰੀ ਜਾਏਗਾ ਮੇਰੀ ਖੁਸ਼ੀ ਹੋ ਜਾਏਗੀ, ਗਲਤ ਕਰੇਗਾ ਤਾਂ ਮੈਂ ਜੰਮ ਰੱਖੇ ਹੋਏ ਨੇ ਮੇਰੇ ਕੋਲ ਉੱਪਰ, ਪੁਲਿਸ ਡਿਪਾਰਟਮੈਂਟ ਹੈਗਾ ਆ ਜੀ। ਇਹ ਸਾਰਾ ਗੁਰੂ ਗ੍ਰੰਥ ਸਾਹਿਬ ਵਿਵੇਕ ਬੁੱਧ ਹੈ। ਅਸੀਂ ਮੰਨੀਏ ਨਾ ਮੰਨੀਏ ਉਹ ਗੱਲ ਵੱਖਰੀ ਹੈ। ਚੰਗੇ ਭਾਗ ਹੋਣਗੇ ਮੰਨ ਲਾਂਗੇ, ਭਾਈ ਮੰਦੇ ਭਾਗ ਹੋਏ ਨਹੀਂ ਮੰਨਦੇ। ਜੋ ਮਹਾਂਪੁਰਖ ਕਹਿੰਦੇ ਸੀ, ਭਾਗ ਜਿਨ੍ਹਾਂ ਦੇ ਮੰਦੇ ਵਾਂਗ ਦਿੱਤਿਆਂ ਨਾ ਜਾਗਦੇ, ਕੋਈ ਇਹੋ ਜਿਹੀ ਕਰ ਦਿੰਦੇ ਸਨ। ਹਾਂ ਉਠੋ ਬਈ, ਮੁਸਲਮਾਨ ਵਾਂਗ ਦਿੰਦੇ ਵੀ ਨਮਾਜ਼ ਦਾ ਵੇਲਾ ਹੋ ਗਿਆ ਹੈ। ਉਹ ਮਸੀਤ 'ਤੇ ਚੜ੍ਹ ਕੇ ਉੱਚੀ ਆਵਾਜ਼ ਮਾਰਦੇ ਨੇ, ਉਹਨੂੰ ਕਹਿੰਦੇ ਵਾਂਗ ਦੇਣਾ, ਜਿਵੇਂ ਕੁੱਕੜ ਵਾਂਗ ਦਿੰਦਾ। ਪੁਰਾਣੇ ਜ਼ਮਾਨੇ 'ਚ ਕੁੱਕੜ ਜਦੋਂ ਬੋਲ ਕਹਿੰਦੇ ਅੰਮ੍ਰਿਤ ਵੇਲਾ ਹੋ ਗਿਆ ਜੀ, ਉਹ ਤਾਂ ਬਾਅਦ 'ਚ ਉਹਨੂੰ ਸ਼ਰਾਪ ਮਿਲ ਗਿਆ, ਇਸ ਲਈ ਹੁਣ ਦਿਨ ਵੀ ਵਾਂਗਾਂ ਦਿੰਦਾ ਰਹਿੰਦਾ। ਹੁਣ ਵਿਸ਼ਵਾਸ ਨਹੀਂ ਲੋਕ ਕਰਦੇ। ਪਹਿਲਾਂ ਕਾਂ ਨੇ ਆ ਕੇ ਕੋਠੇ 'ਤੇ ਬਨੇਰੇ 'ਤੇ ਬਹਿਣਾ, ਉਹਨੂੰ ਲੈ ਵੀ ਕਹਿੰਦੇ, ਜਾਂ ਕੋਈ ਆਊਗਾ ਪ੍ਰਾਹੁਣਾ, ਜਾਂ ਕੋਈ ਚਿੱਠੀ ਆਵੇਗੀ ਵੀ ਕਾਂ ਬੋਲ ਰਿਹਾ ਹੈ। ਅਤੇ ਹੁਣ ਕਹਿੰਦੇ ਓਏ ਕਾਣਿਆਂ ਕਾਵਾਂ ਉੜ ਜਾ, ਤੇ ਕਿਤੇ ਰੌਲਾ ਪਾਇਆ ਹੈ। ਕਾਂ ਨੂੰ ਮੈਂ ਬਾਪੂ ਨੂੰ ਪੁੱਛਿਆ ਵੀ ਤੂੰ ਕਾਣਾ ਕਿਉਂ ਕਹਿੰਦੇ ਹੋ? ਕਾਂ ਨੂੰ ਕਾਣਾ ਕਹਿੰਦੇ ਕਾਕਾ ਅੱਖਾਂ ਇਹਦੀਆਂ ਦੋ ਨੇ, ਪਰ ਦਿਸਦਾ ਇਹਨੂੰ ਇੱਕ 'ਚ ਹੁੰਦਾ ਇੱਕੋ ਸਮੇਂ। ਕਦੇ ਵੀ ਕਾਂ ਸਿੱਧਾ ਨਹੀਂ ਵੇਖੇਗਾ, ਇੱਧਰ ਵੇਖਣਾ ਉਹਨੂੰ ਸਿਰ ਇੱਧਰ ਕਰਨਾ ਪੈਂਦਾ, ਇੱਧਰਲੀ ਅੱਖ ਕੰਮ ਕਰੇਗੀ, ਇਹ ਨਹੀਂ ਕਰੇਗੀ। ਜੇ ਇਹਨੇ ਵੇਖਿਆ ਫਿਰ ਇੱਧਰ ਵੇਖੇਗਾ, ਇੱਧਰਲੀ ਅੱਖ ਕੰਮ ਕਰਦੀ, ਇਹ ਨਹੀਂ ਕਰੇਗੀ, ਉਹਨੂੰ ਐਂ ਕਰਕੇ ਵੇਖਣਾ ਪੈਂਦਾ। ਆਪਾਂ ਸਿੱਧੇ ਦੇਖੀ ਜਾਣਾ ਖੱਬੇ ਸੱਜੇ ਵੀ। ਕਹਿੰਦੇ ਕਾਂ, ਇਸ ਲਈ ਉਹਨੂੰ ਕਾਣਾ ਕਹਿੰਦੇ ਨੇ। ਅੱਖਾਂ ਤਾਂ ਉਹਦੀ ਦੋਨੋਂ ਹੀ ਹੁੰਦੀਆਂ ਨੇ, ਪਰ ਇੱਕ ਸਮੇਂ ਇੱਕੋ ਹੀ ਕੰਮ ਕਰਦੀ ਹੈਗੀ। ਫਿਰ ਮੈਂ ਬਾਅਦ ਬੈਠੇ ਹੋਏ ਕਾਂ ਨੂੰ ਬੜੇ ਧਿਆਨ ਨਾਲ ਵੇਖਣਾ ਵੀ ਹਾਂ ਇਹ ਵਾਕਿਆ ਹੀ ਕਦੇ ਸਿਰ ਐ ਨੂੰ ਕਰਦਾ, ਕਦੇ ਸਿਰ ਐ ਨੂੰ ਕਰਦਾ, ਇਹ ਸਿੱਧਾ ਨਹੀਂ ਵੇਖ ਸਕਦਾ। ਖੈਰ, ਸੋ ਮੰਨਣਾ ਨਾ ਮੰਨਣਾ ਇਹ ਤਾਂ ਹੁਣ ਸਾਡੀ ਮਰਜ਼ੀ ਹੈ। ਭਾਉ ਭਗਤ ਭਗਵਾਨ ਸੰਗ, ਮਾਇਆ ਲਿਪਤ ਨ ਰੰਚ, ਨਾਨਕ ਬਿਰਲੇ ਪਾਈਏ ਜੋ ਨ ਰਚੇ ਪਰਪੰਚ। ਭਾਉ ਭਗਤ ਭਗਵਾਨ, ਭਾਉ ਭਗਤ ਹੈ ਪ੍ਰੇਮਾ ਭਗਤੀ, ਭਾਉ ਪਿਆਰ ਨੂੰ ਕਹਿੰਦੇ ਨੇ। ਕੰਨਾ ਨਾ ਲੱਗਾ ਤਾਂ ਫਿਰ ਭਾਉ ਡਰ ਨੂੰ ਕਹਿੰਦੇ ਨੇ। ਭਾਉ ਭਗਤ ਭਗਵਾਨ ਸੰਗ, ਕਦੇ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਨੀ ਹੈ, ਪਿਆਰ ਸਹਿਤ ਉਹਦੀ ਭਗਤੀ ਕਰਨੀ। ਮਾਇਆ ਲਿਪਤ ਨਾ ਰੰਚ, ਮਾਇਆ ਦੇ ਨਾਲ ਰਤੀ ਮਾਤਰ ਵੀ ਨਹੀਂ ਚੰਬੜਨਾ। ਮਾਇਆ ਨਾਲ, ਕਿਹੜੀ ਮਾਇਆ ਨਾਲ? ਸਵਾਲ ਤੇ ਇਹਨੂੰ ਕਿਸ ਮਾਇਆ ਨੂੰ ਗੁਰਬਾਣੀ 'ਚ ਮਾੜਾ ਕਿਹਾ ਗਿਆ ਹੈ?
ਦੇਖੋ ਮਾਇਆ ਬਿਨਾਂ ਤੇ ਪਾਣੀ ਨਹੀਂ ਮਿਲਦਾ ਪੀਣ ਨੂੰ, ਉਹ ਵੀ ਮੁੱਲ ਮਿਲਦਾ। ਬਿੱਲ ਭਰਦੇ ਹੋ ਨਾ, ਆਉਂਦਾ ਨਾ ਬਿੱਲ, ਪਾਣੀ ਵੀ ਮੁੱਲ ਮਿਲਦਾ। ਮਾਇਆ ਤੋਂ ਬਿਨਾਂ ਕੁਛ ਨਹੀਂ ਮਿਲਦਾ, ਬੰਦਾ ਭੁੱਖਾ ਮਰ ਜਾਏਗਾ। ਗੁਰਬਾਣੀ ਜਿਹੜੇ ਗੁਰੂ ਮਹਾਰਾਜ ਜਿਸ ਮਾਇਆ ਨੂੰ ਮਾੜਾ ਗਿਣਦੇ ਨੇ, ਉਹ ਹੈ ਹਰਾਮ ਦੀ ਕਮਾਈ। ਉਹ ਸਾਡੀ ਬੁੱਧੀ ਨੂੰ ਭ੍ਰਿਸ਼ਟ ਕਰਦੀ ਹੈ। ਅਤੇ ਆ ਜਿਹੜੇ ਅਰਬਾਪਤੀ ਲੋਕ ਨੇ, ਇਹ ਕੋਈ ਦਸਾਂ ਨੌਂ ਦੀ ਕਿਰਤ ਨਾਲ ਥੋੜ੍ਹੇ ਬਣੇ ਹੋਏ ਨੇ, ਇਹ ਦਸਾਂ ਨੌਂ ਦੀ ਕਿਰਤ ਨਾਲ ਨਹੀਂ ਬਣੇ ਹੋਏ। 176 ਕਰੋੜ ਦੀ ਪ੍ਰਾਪਰਟੀ ਹੈ, ਕਹਿ ਜੀ ਮੈਂ ਤਾਂ ਗਰੀਬ ਘਰ 'ਚ ਪੈਦਾ ਹੋਇਆ ਜੀ, ਮੈਂ ਤਾਂ ਬੜਾ ਗਰੀਬ ਹਾਂ ਜੀ। ਅਤੇ ਜਦ ਭਰਿਆ ਹੈ, ਭਰਦੇ ਨੋਮੀਨੇਸ਼ਨ 176 ਕਰੋੜ ਦੀ ਪ੍ਰਾਪਰਟੀ ਹੈ, ਅਤੇ ਪ੍ਰਚਾਰ ਕੀਤਾ ਮੈਂ ਤਾਂ ਗਰੀਬਾਂ ਦਾ ਮੁੰਡਾ ਹਾਂ ਜੀ, ਮੈਂ ਤਾਂ ਤੁਹਾਡੇ ਵਰਗਾ ਹਾਂ ਜੀ। ਸਾਡੇ ਵਰਗਾ ਕਿੱਥੋਂ ਦੇਵੇ, ਤੇਰੇ ਤਾਂ ਐਡਾ ਅਮੀਰ ਹੈ ਤੂੰ, ਐਡਾ ਤੂੰ ਅਮੀਰ। 176 ਕਰੋੜ ਥੋੜ੍ਹੇ ਨਹੀਂ ਹੁੰਦਾ। ਇੱਕ ਬੀਬੀ ਕੋਲ 22 ਕਿੱਲੋ ਸੋਨਾ ਭਰਿਆ ਉਹਨੇ, 22 ਕਿੱਲੋ ਸੋਨਾ, 50,000 ਨਾਲ ਗੁਣਾ ਕਰ ਲਓ 1 ਤੋਲੇ ਨੂੰ, ਅਤੇ ਕਿੰਨੇ ਲੱਖ ਕਰੋੜ ਬਣਦਾ ਹੋਣਾ। ਚਲੋ ਖੈਰ, ਅਮੀਰੀ ਗਰੀਬੀ ਚੱਲਦੀ ਆਈ ਸ਼ੁਰੂ ਤੋਂ, ਇਹ ਚੱਲਦੀ ਰਹਿਣੀ ਹੈ। ਕਹਿਣ ਦਾ ਮੇਰਾ ਮਤਲਬ, ਫਿਰ ਵੀ ਕਹਿੰਦੇ ਅਸੀਂ ਗਰੀਬ ਹਾਂ ਜੀ, ਫਿਰ ਝੂਡੂ ਹੀ ਬਣਾਉਣਾ ਨਾ ਪਬਲਿਕ ਨੂੰ, ਇਹ ਤਾਂ ਝੂਡੂ ਬਣਾਉਣਾ ਹੈ। ਛਿਪਿਆ ਤਾਂ ਅਖਬਾਰਾਂ 'ਚ ਆ ਜਾਂਦਾ ਹੈ। ਦੂਜੀ ਪਾਰਟੀ ਕਹਿੰਦੇ ਇੰਨੇ ਦੀ ਇਹਦੇ ਕੋਲ ਪ੍ਰਾਪਰਟੀ ਹੈ, ਅਤੇ ਕਹਿੰਦੇ ਮੈਂ ਗਰੀਬ ਹਾਂ। ਸੋ ਮਾਇਆ ਨਾਲ ਕਹਿੰਦੇ ਚੰਬੜਨਾ ਨਹੀਂ ਹੈਗਾ। ਇਸ ਕਰਕੇ ਕਹਿੰਦੇ ਮਾਇਆ ਦੀ ਜਿਹੜੀ ਸੰਗਤ ਹੈ ਨਾ, ਠੀਕ ਹੈ, ਮਾਇਆ ਤਾਂ ਚਾਹੀਦੀ ਹੈ, ਤਾਂ ਹੀ ਸਾਨੂੰ ਗੁਰੂ ਨੇ ਕਿ ਕਿਰਤ ਕਰੋ। ਮਾਇਆ ਤਾਂ ਚਾਹੀਦੀ ਹੈ, ਕਿਰਤ ਕਰਾਂਗੇ ਤਾਂ ਹੀ ਮਾਇਆ ਮਿਲੇਗੀ ਨਾ। ਪਰ ਜਿਨ੍ਹਾਂ ਦੀ ਹਰਾਮ ਦੀ ਕਮਾਈ ਸੀ, ਗੁਰੂ ਮਹਾਰਾਜ ਉਹਨਾਂ ਦੇ ਘਰ ਰੋਟੀ ਵੀ ਨਹੀਂ ਖਾਧੀ, ਉਹਦੇ ਘਰ ਰੋਟੀ ਨਹੀਂ ਗਏ। ਕੋਦਰੇ ਦੀ ਰੋਟੀ ਖਾ ਲਈ, ਭਾਈ ਲਾਲੋ ਦੇ, ਮਲਕ ਭਾਗੋ ਦੇ ਨਹੀਂ ਗਏ ਵੀ ਇਹ ਹਰਾਮ ਦੀ ਕਮਾਈ 'ਚ ਪੂੜੀਆਂ ਦੀ ਖੀਰ ਬਣਾਈ, ਮੈਂ ਨਹੀਂ ਖਾਂਦਾ। ਗੁਰੂ ਘਰ 'ਚ ਪ੍ਰਵਾਨ ਨਹੀਂ ਹੈਗਾ। ਦਸਾਂ ਨੌਂ ਦੀ ਕਿਰਤ ਹੀ ਪ੍ਰਵਾਨ ਹੈ। ਉਹ ਭਾਵੇਂ ਦਸਾਂ ਨੌਂ ਦੀ ਕਿਰਤ ਚਾਹੇ ਤੁਸੀਂ ਕਰੋੜਪਤੀ ਹੋ ਜਾਓ ਭਾਈ। ਕਈ ਵਾਰੀ ਜਾਇਦਾਦ ਹੀ ਆਪਾਂ ਨੂੰ ਪਿਤਾ ਪੁਰਖ ਬਹੁਤ ਮਿਲੀ ਹੁੰਦੀ, ਬੰਦਾ ਜੰਮਦਾ ਹੀ ਕਰੋੜਪਤੀ ਹੁੰਦਾ। ਨਾਨਕ ਬਿਰਲੇ ਪਾਈਏ ਜੋ ਨਾ ਰਚੈ ਪ੍ਰਪੰਚ, ਜਿਹੜੇ ਸੰਸਾਰ 'ਚ ਨਹੀਂ ਰਚਦੇ, ਇਹ ਕਹਿੰਦੇ ਵਿਰਲੇ ਟਾਵੇਂ ਨੇ, ਇਹ ਵਿਰਲੇ ਟਾਵੇਂ, ਨਹੀਂ ਤਾਂ ਸਭ ਸੰਸਾਰ ਵਿੱਚ ਹੀ ਖੁੱਬੇ ਹੋਏ ਹਨ। ਸੰਸਾਰਕ ਕੰਮਾਂ 'ਚ, ਸੰਸਾਰਕ ਮੋਹ 'ਚ, ਸਭ ਇਸੇ 'ਚ ਲੱਗੇ ਹੋਏ ਹਨ। ਕਹਿੰਦੇ ਉਹ ਬਹੁਤ ਵਿਰਲੇ ਨੇ ਜੋ ਇਸ ਸੰਸਾਰ ਦੇ ਵਿੱਚ ਨਹੀਂ ਰਚਦੇ ਹੈਗੇ, ਨਿਰਲੇਪ ਰਹਿੰਦੇ ਹਨ। ਸੰਸਾਰਕ ਕੰਮ ਆਪਣੇ ਕਰਦੇ ਨੇ, ਆਪਣੀਆਂ ਡਿਊਟੀਆਂ ਦਿੰਦੇ ਨੇ, ਆਪਣੇ ਪਰਿਵਾਰ ਨੂੰ ਪਾਲਦੇ ਨੇ, ਪਰ ਉਹਦੇ ਖਚਿਤ ਨਹੀਂ ਹੁੰਦੇ, ਨਿਰਲੇਪ ਰਹਿੰਦੇ ਹਨ। ਇਹ ਕਹਿੰਦੇ ਵਿਰਲੇ ਟਾਵੇਂ ਹਨ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਤੱਤ ਸਾਰੇ ਹੈ ਕਿ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ ਅਤੇ ਵੱਧ ਤੋਂ ਵੱਧ ਭਜਨ ਬੰਦਗੀ ਕਰਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ। ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।